ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। परम सन्मान योग जुगो जुग अटल चवर छत्र तख्त के मालिक, हाजरा हजूर ज़ाहरा ज़हूर सर्व कला भरपूर, नाम बाणी के बोहित कल जुग के तारणहार। हलत पलत के राखे लोक परलोक सहाय, गुरता गद्दी ते विराजमान साहिबान साहिब मेहरबान साहिब। नज़रे इनायत हजूर अनवर वालिए दो जहान, करण कारण पतित पावन, भगत वत्सल कृपा निधान सच्चे पातशाह। धन गुरु ग्रंथ साहिब महाराज जी की छत्र छाया हेठ सुभाईमान, सतगुरां की साजी निवाजी साध संगत जीओ। आप जी वडभागी हो जो कि संध्या समय तो गुरु दरबार की हाज़री भरदियां गुरबाणी कीर्तन का आनंद माण रहे सी। और समय अनुसार तेरे बचन अनूप अपार संतन आधार बाणी विचारी है जीओ। अज दे दिन मुताबक गुरमत विचारां दी सांझ करन दा यतन करिए। आरंभता तो पहला गुरु बख्शी फतेह प्रवान करो, कोई रसना वांझी ना रहे। सारे प्यार सत्कार नाल आखो जी वाहिगुरु जी का खालसा वाहिगुरु जी की फतेह। जेठ महीने की प्रारंभता है अते पिछला जो महीना बतीत होया उसकी संपूर्णता हालांकि किहड़ा महीना पहला है तो किहड़ा आखिरी है, किहड़ा दिन पहला तो किहड़ा अखीरला किसी नूं नहीं पता। आपो अपने तरीकों के अनुसार सबना ने दिनां की गिणती नूं आरंभिया होया है। जो साल के मुताबिक असीं अज जेठ का पहला दिन मना रहे हैं या कि संगरांद कह दिंदे इसनूं, ये नानकशाही कैलेंडर के मुताबिक साडे ही देश विच इसे पद्धति अनुसार विक्रमी कैलेंडर चलता है। अंग्रेज़ों के साल जिसनों बिजनेस कैलेंडर कहते ने, उसका असली नाम तो ग्रेगेरियन कैलेंडर है। पोप ग्रेगेरी ने बनाया सी। उसदे मुताबिक पहली तारीख नूं महीने का पहला दिन हुंदा। हिजरी साल इहदा पहला दिन मस्या तो अगले दिन तो गिणदे ने, जिसनों चांद रात कहंदे ने। वो हिजरी कैलेंडर का पहला दिन गिणन का तरीका है। तो पुराने समय विच सब तो पुराना कैलेंडर कोई है तो हिब्रू कैलेंडर है यहूदियों का। उहदा इस वक्त जो साल चल रहा है तकरीबन 6000 के नेड़े पहुँचण वाला है। सन 6000 यानी कि 5900 के आस पास उहदा सन हो चुका।
ਸੋ ਇਹ ਜਿੰਨੇ ਜਿੰਨੇ ਵਿਦਵਾਨ ਦੁਨੀਆ 'ਤੇ ਆਏ ਸਭ ਨੇ ਆਪੋ ਆਪਣੇ ਤੌਰ ਤਰੀਕਿਆਂ ਨਾਲ ਦਿਨ ਗਿਣਨੇ ਸ਼ੁਰੂ ਕੀਤੇ ਨੇ। ਮਹਾਰਾਜ ਨੇ ਉਸ ਵਿੱਚ ਜੋ ਨਾਮ ਵਰਤੇ ਨੇ ਉਹ ਤਾਂ ਬਿਕਰਮੀ ਕੈਲੰਡਰ ਦੀ ਤਰ੍ਹਾਂ ਹੀ, ਕਿਉਂਕਿ ਉਹ ਸਭ 27 ਨਕਸ਼ਤਰਾਂ ਦੇ ਨਾਮ ਦੇ ਉੱਤੇ ਹੀ ਮਹੀਨਿਆਂ ਦੇ ਨਾਮ ਨੇ। ਉਹ 27 ਨਕਸ਼ਤਰਾਂ ਵਿੱਚੋਂ ਕੁਝ ਨੂੰ ਚੁਣ ਕੇ ਉਹਦੇ 'ਚ ਜਿਵੇਂ ਅਸ਼ਵਨੀ ਨਕਸ਼ਤਰ ਚੜ੍ਹਦਾ ਅਤੇ ਅੱਸੂ, ਵਿਸ਼ਾਖਾ ਨਕਸ਼ਤਰ ਚੜ੍ਹਦਾ ਅਤੇ ਵੈਸਾਖ, ਇਸੇ ਪ੍ਰਕਾਰ ਦੇ ਹੋਰ ਵੀ ਚੈਤਰ ਨਕਸ਼ਤਰ ਚੜ੍ਹਦਾ ਅਤੇ ਚੇਤ। ਇਸ ਪ੍ਰਕਾਰ ਨਾਲ ਨਾਵਾਂ ਦੀ ਤਸਵੀਰ ਕੀਤੀ ਗਈ ਹੈ। ਅੱਜ ਜੇਠ ਦਾ ਮਹੀਨਾ ਹੈ ਅਤੇ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਜੋ ਸਾਨੂੰ ਫਰਮਾਇਆ ਵੀ ਅਸੀਂ ਕੀ ਕਰਨਾ, ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ। ਜੇਠ ਦੇ ਮਹੀਨੇ ਵਿੱਚ ਪ੍ਰਮਾਤਮਾ ਨਾਲ ਜੁੜਨਾ ਚਾਹੀਦਾ। ਮਸਲਨ ਉਪਦੇਸ਼ ਇਹ ਹੈ, ਅਸੀਂ ਕਿਸੇ ਨਾ ਕਿਸੇ ਦੇ ਨਾਲ ਜੁੜਨ ਦੀ ਕੋਸ਼ਿਸ਼ ਤੇ ਕਰਦੇ ਹਾਂ। ਦੇਵਨਾਗਰੀ ਵਿੱਚ ਇਸ ਲਫ਼ਜ਼ ਨੂੰ ਜੇਸ਼ਠ ਕਹਿੰਦੇ ਨੇ। ਹਿੰਦੀ ਪੜ੍ਹਾਉਣ ਲੱਗਿਆਂ ਜੋ ਪੇਟ ਚਿਰਾ ਸ਼ਾਹ ਹੁੰਦਾ ਉਹ ਵਰਤਿਆ ਜਾਂਦਾ ਇਸ ਵਿੱਚ ਜੇਸ਼ਠ। ਹਿੰਦੀ 'ਚ ਜਿਹੜੇ ਸ਼ਾਹ ਨੇ ਉਹ ਕਈ ਨੇ, 4 ਤੋਂ ਜ਼ਿਆਦਾ ਹੀ ਨੇ ਜਿਨ੍ਹਾਂ ਦੀ ਸਾਹ ਵਿੱਚ ਵਰਤੋਂ ਕੀਤੀ ਜਾਂਦੀ ਹੈ। ਜੇਸ਼ਠ ਯਾਨੀ ਕਿ ਜੇਠਾ, ਅਤੇ ਜੇਠਾ ਪੰਜਾਬੀ 'ਚ ਹੁੰਦਾ, ਇਹ ਤੋਂ ਹੀ ਜੇਠ ਮਹੀਨਾ ਬਣਿਆ। ਦਿਨ ਦੇ ਆਕਾਰ ਦੀ ਇਸ ਵਿੱਚ ਸਭ ਤੋਂ ਵੱਡੀ ਮਾਤਰਾ ਰਹਿੰਦੀ, ਇਸ ਕਰਕੇ ਇਹਨੂੰ ਵੱਡਾ ਦਿਨ ਕਹਿੰਦੇ ਨੇ ਜਾਂ ਵੱਡਾ ਮਹੀਨਾ ਕਹਿੰਦੇ ਨੇ। ਉਂਝ ਵੀ ਦਿਨ ਵੱਡਾ ਹੋਣ ਕਰਕੇ ਜੇਸ਼ਠ ਇਸ ਨੂੰ ਆਖਦੇ ਹਾਂ। ਸੋ ਇਸ ਪ੍ਰਕਾਰ ਨਾਲ ਇਹਦੀ ਪ੍ਰਚਲਨਤਾ ਬਣੀ ਔਰ ਮਨੁੱਖ ਇਸ ਦਿਨ ਜੋ ਕੋਈ ਵੀ ਕਾਰ ਵਿਹਾਰ ਕਰਦਾ ਹੋਵੇ ਉਸ ਕਾਰ ਵਿਹਾਰ ਦੇ ਮੁਤਾਬਕ ਉਹਦੇ ਲਈ ਇਹ ਦਿਨ ਵੱਡਾ ਇਸ ਲਈ ਕਿ ਸੂਰਜ ਚੜ੍ਹਦਾ ਨਹੀਂ ਪਰ ਚਾਨਣਾ ਹੋ ਜਾਂਦਾ। ਅੱਜ ਕੱਲ੍ਹ ਤਾਂ ਨਹੀਂ ਪਤਾ ਲੱਗਦਾ, ਬੰਦੇ ਕੋਠੀਆਂ 'ਚ ਰਹਿੰਦੇ ਨੇ, ਕੋਠੀਆਂ 'ਚ ਹੀ ਸੌਂਦੇ ਨੇ, ਜਾਗਦੇ ਨੇ। ਦਿਨ ਚੜ੍ਹਿਆ ਜਾਂ ਨਹੀਂ ਚੜ੍ਹਿਆ ਬਾਹਰ ਨਿਕਲਣ ਤੋਂ ਬਿਨਾਂ ਨਹੀਂ ਪਤਾ ਲੱਗਦਾ। ਪਹਿਲਾਂ ਲੋਕ ਖੁੱਲ੍ਹੇ ਘਰਾਂ ਵਿੱਚ ਰਹਿੰਦੇ ਸੀ ਅਤੇ ਜੇ ਹੁਣ ਚਾਨਣਾ ਹੋ ਗਿਆ, ਪੰਛੀ ਜਾਗ ਗਏ ਅਤੇ ਜਾਗਣਾ ਪੈਂਦਾ ਸੀ। ਕਰਨ ਕੀ ਹੋਰ, ਬੰਦ ਰਹਿ ਨਹੀਂ ਸਕਦੇ। ਅਤੇ ਕੰਮ ਤੋਂ ਜਾਣ ਤੋਂ ਪਹਿਲਾਂ ਹੀ, ਸੂਰਜ ਚੜ੍ਹਨ ਤੋਂ ਪਹਿਲਾਂ ਹੀ ਚਾਨਣਾ ਹੋ ਜਾਂਦਾ ਸੀ, ਜਾਗਣਾ ਪੈਂਦਾ ਸੀ। ਸੂਰਜ ਛਿਪ ਜਾਂਦਾ ਸੀ ਫਿਰ ਵੀ ਹਨੇਰਾ ਨਹੀਂ ਹੁੰਦਾ ਸੀ। ਇਸ ਕਰਕੇ ਲੋਕ ਕਹਿੰਦੇ ਸੀ ਵੀ ਦਿਨ ਵੱਡੇ ਨੇ, ਯਾਨੀ ਕਿ ਮਹੀਨਾ ਹੀ ਵੱਡਾ ਹੈ। ਅਤੇ ਜੇਸ਼ਠ ਵੱਡੇ ਦਿਨਾਂ ਵਾਲਾ ਮਹੀਨਾ। ਅਤੇ ਇਸ ਦਿਨ ਫਿਰ ਜੋ ਖਾਲੀ ਟਾਈਮ ਹੈ ਉਹ ਬੰਦੇ ਨੇ ਕਿਵੇਂ ਪਾਸ ਕਰਨਾ। ਕੋਈ ਕਿਸੇ ਕੋਲ ਬੈਠ ਗਿਆ, ਕੋਈ ਕਿਸੇ ਕੋਲ ਬੈਠ ਗਿਆ ਜਾ ਕੇ, ਵੀ ਸਵੇਰ ਦਾ ਟਾਈਮ ਹੈ ਅਤੇ ਖੇਤਾਂ 'ਚ ਜਾ ਕੇ ਬਹਿ ਗਏ, ਉੱਥੇ ਗੱਲਾਂ ਕਰਨ ਲੱਗ ਗਏ। ਹਾਂ ਵੀ ਤੂੰ ਕੀ ਬੀਜਣਾ, ਤੇਰੀ ਫਸਲ ਕਿਵੇਂ ਹੋਈ, ਤੇਰੇ ਮਾਲ ਡੰਗਰ ਕਿਵੇਂ ਨੇ, ਮੱਝ ਦੁੱਧ ਦਿੰਦੀ ਕਿ ਨਹੀਂ, ਆ ਫਾਲਤੂ ਦੀਆਂ ਗੱਲਾਂ, ਜਾਂ ਚਲੋ ਕੰਮ ਦੀਆਂ ਕਹਿ ਲਓ। ਅੱਜ ਕੱਲ੍ਹ ਦੇ ਲੋਕਾਂ ਲਈ ਇਹ ਫਾਲਤੂ ਹੋ ਸਕਦਾ ਹੈ, ਪਰ ਉਸ ਸਮੇਂ ਹੋਰ ਕਰਨ ਕੀ, ਨਾ ਕੋਈ TV ਸੀ, ਨਾ ਮੋਬਾਈਲ ਸੀ, ਨਾ ਕੋਈ ਹੋਰ ਸਾਧਨ ਸਨ ਵੀ ਟਾਈਮ ਪਾਸ ਕਰ ਲਈਏ। ਸੋ ਕਿਸੇ ਨਾ ਕਿਸੇ ਨੂੰ ਜਾ ਕੇ ਮਿਲਦੇ ਸਨ, ਬੈਠਦੇ ਸੀ ਔਰ ਆਪਣਾ ਟਾਈਮ ਪਾਸ ਇਸ ਤਰ੍ਹਾਂ ਹੀ ਕਰਦੇ ਸਨ। ਸ਼ਾਮ ਦਾ ਵਕਤ ਹੋ ਗਿਆ, ਸੂਰਜ ਛਿਪ ਗਿਆ, ਕੰਮ ਤੋਂ ਵਾਪਸ ਆ ਗਏ ਪਰ ਰਾਤ ਹੋਈ ਨਹੀਂ, ਫਿਰ ਕਿਸੇ ਨਾ ਕਿਸੇ ਕੋਲ ਜਾ ਬੈਠਣਾ। ਸੋ ਕਿਸੇ ਨਾ ਕਿਸੇ ਨਾਲ ਹਰ ਬੰਦਾ ਜੁੜਿਆ ਹੁੰਦਾ ਸੀ। ਅਤੇ ਮਹਾਰਾਜ ਨੇ ਕਿਹਾ ਵੀ ਜੇ ਤੂੰ ਇੰਝ ਆਪਣਾ ਜੀਵਨ ਬਿਤਾਉਣਾ ਹੈ ਤਾਂ ਹਰ ਜੇਠ ਜੁੜਨ ਦਾ ਲੋੜੀ ਹੈ। ਹਰੀ ਸਭ ਤੋਂ ਜੇਸ਼ਠ ਹੈ, ਸਭ ਤੋਂ ਵੱਡਾ ਹੈ। ਤੂੰ ਪਰਮਾਤਮਾ ਨਾਲ ਜੁੜ ਤਾਂ ਕਿ ਤੈਨੂੰ ਕੁਝ ਫਾਇਦਾ ਵੀ ਹੋਵੇ। ਐਵੇਂ ਕਿਸੇ ਦੇ ਨਾਲ ਵੀ ਜੁੜੀ ਜਾਏਗਾ ਤੇ ਕੀ ਫਾਇਦਾ। ਦਿਨ ਵੱਡਾ ਹੈ ਕੋਈ ਫਰਕ ਨਹੀਂ ਪੈਂਦਾ, ਦਰਖਤ ਵੱਡਾ ਹੈ ਤੇ ਕੋਈ ਫਰਕ ਨਹੀਂ ਪੈਂਦਾ, ਸਾਗਰ ਵੱਡਾ ਹੈ, ਨਦੀ ਵੱਡੀ ਹੈ, ਇਨਸਾਨ ਵੱਡਾ ਹੈ, ਇਹਦੇ ਨਾਲ ਫਰਕ ਨਹੀਂ ਪੈਂਦਾ, ਕਿਉਂਕਿ ਸਭ ਕੁਛ ਨੂੰ ਬਣਾਉਣ ਵਾਲਾ ਹਰੀ ਪ੍ਰਮਾਤਮਾ ਉਹ ਵੱਡਾ ਹੈ ਅਸਲ 'ਚ। ਹਰ ਜੇਠ, ਹਰੀ ਸਭ ਤੋਂ ਜੇਸ਼ਠ ਹੈ ਅਤੇ ਹਰ ਜੇਠ ਜੁੜਨ ਦਾ ਲੋੜੀ ਹੈ। ਜੇ ਜੁੜਨਾ ਹੀ ਹੈ, ਜੇ ਚਾਹੀਦਾ ਵੀ ਹਾਂ ਉਸ ਦੇ ਨਾਲ ਜੁੜਨਾ ਹੈ, ਅਤੇ ਪ੍ਰਮਾਤਮਾ ਇਹਦੇ ਲਈ ਸਭ ਤੋਂ ਬੈਟਰ ਆਪਸ਼ਨ ਹੈ, ਉਸ ਤੋਂ ਵੱਡਾ ਕੋਈ ਹੋਰ ਹੈ ਨਹੀਂ। ਚਾਹੇ ਲੱਭਣਾ ਚਾਹੀਏ, ਚਾਹੇ ਪ੍ਰਮਾਣ ਦੇਖੀਏ, ਚਾਹੇ ਪ੍ਰਮਾਣ ਨਾ ਵੀ ਮਿਲੇ ਤਾਂ ਵੀ ਪ੍ਰਮਾਤਮਾ ਤੋਂ ਵੱਡਾ ਤਾਂ ਕੋਈ ਨਹੀਂ ਨਾ।
ਤੇ ਮਹਾਰਾਜ ਨੇ ਫਿਰ ਅਗਲੀ ਗੱਲ ਇੱਕ ਹੋਰ ਕਹੀ, ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ, ਜਿਹਦੇ ਅੱਗੇ ਸਾਰੇ ਝੁਕਦੇ ਹੋਣ, ਜਿਹਦੇ ਅੱਗੇ ਆਸਾਨੀ ਨਾਲ ਸਾਰੇ ਝੁਕ ਜਾਣ। ਸੋ ਐਸੇ ਪ੍ਰਭਾਵ ਨੂੰ ਦੇਖ ਕਰਕੇ ਮਨੁੱਖ ਜੇ ਜੁੜਨ ਦੀ ਹੀ ਕੋਸ਼ਿਸ਼ ਕਰਦਾ ਫਿਰ ਸਭ ਤੋਂ ਵੱਡਾ ਬਣੇ। ਕੋਸ਼ਿਸ਼ ਤਾਂ ਬਹੁਤਿਆਂ ਨੇ ਕੀਤੀ ਹੈ ਵੀ ਸਭ ਤੋਂ ਵੱਡਾ ਹੋ ਸਕੀਏ, ਪਰ ਹੋਇਆ ਨਹੀਂ ਜਾਂਦਾ। ਵੱਡੇ ਹੋਣ ਲਈ ਵੱਡੇ ਕੋਈ ਕਾਰਨਾਮੇ ਕਰਨੇ ਪੈਂਦੇ ਨੇ, ਔਰ ਕਈ ਵਾਰ ਝੂਠ ਮੂਠ ਦਾ ਵੱਡਾ ਬਣ ਵੀ ਜਾਏ ਨਾ ਕੋਈ ਡੀਂਗਾ ਹਾਂਕ ਕੇ, ਤੇ ਬਾਅਦ ਵਿੱਚੋਂ ਪਤਾ ਲੱਗਦਾ ਵੀ ਇਹ ਤਾਂ ਵੱਡਾ ਹੈ ਹੀ ਨਹੀਂ ਸੀ। ਤੇ ਇਸੇ ਪਰ ਮੈਂ ਇੱਕ ਮਿਸਾਲ ਦੇਣ ਲੱਗਾ, ਦੁਨੀਆ 'ਚ ਇੱਕ ਬੰਦੇ ਨੂੰ ਇੰਨਾ ਵੱਡਾ ਕਰ ਦਿੱਤਾ, ਇੰਨਾ ਵੱਡਾ ਕਰ ਦਿੱਤਾ, ਬਾਅਦ 'ਚ ਹੁਣ ਬੱਚਾ ਕਹਿੰਦਾ ਵੀ ਦੁਨੀਆ ਤੇ ਉਹਨੇ ਕਦੇ ਜਿੱਤੀ ਨਹੀਂ, ਐਵੇਂ ਰੌਲਾ ਪਾਈ ਜਾਂਦੇ ਨੇ। ਦ ਗ੍ਰੇਟ ਅਲੈਗਜ਼ੈਂਡਰ, ਮਤਲਬ ਇਸ ਹਿੰਦੁਸਤਾਨ ਦੇ ਲੋਕ ਇਹਨੂੰ ਜਾਣਦੇ ਨੇ ਸਿਕੰਦਰ ਦੇ ਨਾਮ 'ਤੇ। ਧਰਤੀ ਦਾ ਮੈਪ ਚੁੱਕੋਗੇ ਤੇ ਮੈਸੀਡੋਨੀਆ ਇਹਦਾ ਬੇਸਿਕ ਘਰ ਹੈ। ਗ੍ਰੀਸ ਅੱਜ ਕੱਲ੍ਹ ਕਹਿੰਦੇ ਨੇ ਉਹਨੂੰ, ਐਥੈਂਸ ਉਹਦੀ ਰਾਜਧਾਨੀ ਹੈ, ਉੱਥੋਂ ਦਾ ਹੈ। ਉੱਥੋਂ ਲੈ ਕੇ ਤੇ ਜਿੱਥੇ ਜੇਹਲਮ ਨਦੀ ਹੈ, ਜੇਹਲਮ ਪੰਜਾਬ ਦੀਆਂ 5 ਨਦੀਆਂ ਨੇ, 5 ਵਿੱਚੋਂ ਉਹ ਪਹਿਲੀ ਪੈਂਦੀ ਹੈ ਜੇਹਲਮ, ਫਿਰ ਚਨਾਬ, ਫਿਰ ਰਾਵੀ, ਫਿਰ ਬਿਆਸ, ਫਿਰ ਸਤਲੁਜ। ਇਹ 5 ਆਬ ਮਤਲਬ 5 ਨਦੀਆਂ, ਇਹਨੂੰ ਕਹਿੰਦੇ ਸਨ ਪੰਜਾਬ। ਪੰਜਾਬ ਉਰਦੂ ਦਾ ਨਾਮ ਹੈ। ਜਦ ਨਹੀਂ ਮੁਗਲ ਆਏ ਸਨ, ਉਰਦੂ ਨਹੀਂ ਸੀ, ਇਸ ਤੋਂ ਪਹਿਲਾਂ ਇਹਨੂੰ ਕਹਿੰਦੇ ਸਨ ਪੰਚਨਦ, 5 ਨਦੀਆਂ ਵਾਲਾ ਇਲਾਕਾ। ਤੇ ਹੁਣ ਤੁਸੀਂ ਐਥੈਂਸ ਤੋਂ ਲੈ ਕੇ ਔਰ ਅਗਰ ਜੇਹਲਮ ਦੇ ਕਿਨਾਰੇ ਤੱਕ ਦੇਖੋ, ਉੱਥੇ ਪੋਰਸ ਦਾ ਰਾਜ ਸੀ, ਇੱਥੋਂ ਇਹ ਹਾਰ ਕੇ ਚਲਾ ਗਿਆ ਸੀ। ਡੀਂਗਾਂ ਕੀ ਹਾਕੀਆਂ ਨੇ ਜੀ, ਪੂਰੀ ਦੁਨੀਆ ਦਾ ਜੇਤੂ, ਸਾਰੀ ਦੁਨੀਆ ਨੂੰ ਜਿੱਤਣ। ਹੁਣ ਐਥੈਂਸ ਤੋਂ ਲੈ ਕੇ ਜੇਹਲਮ ਤੱਕ ਦੁਨੀਆ ਥੋੜ੍ਹੀ ਹੀ ਹੈ, ਪੂਰੀ ਦੁਨੀਆ ਤੇ ਉਹਦੇ 'ਚ ਨਹੀਂ ਆਉਂਦੀ। ਉਹਦੇ 'ਚ ਰਸ਼ੀਆ ਨਹੀਂ ਆਉਂਦਾ, ਉਹਦੇ 'ਚ ਚਾਈਨਾ ਨਹੀਂ ਆਉਂਦਾ, ਉਹਦੇ 'ਚ ਅਫਰੀਕਾ ਨਹੀਂ ਆਉਂਦਾ, ਉਹਦੇ 'ਚ ਪੂਰਾ ਭਾਰਤ ਨਹੀਂ ਆਉਂਦਾ, ਈਵਨ ਪਾਕਿਸਤਾਨ ਵੀ ਉਹਦੇ 'ਚ ਨਹੀਂ ਗਿਣਿਆ ਜਾਵੇਗਾ ਜੇ ਇਸ ਹਿਸਾਬ ਨਾਲ ਹੁਣ ਦਾ ਵੇਖੀਏ। ਤੇ ਪੁਰਾਣਾ ਅਫਗਾਨਿਸਤਾਨ ਦਾ ਇੱਕ ਹਿੱਸਾ ਹੈ ਜੇਹਲਮ ਦੇ ਕਿਨਾਰੇ। ਪੋਰਸ ਦਾ ਰਾਜ ਸੀ ਪੰਜਾਬ ਦੇ ਉੱਤੇ ਉਸ ਸਮੇਂ, ਉਹਦੇ ਕੋਲੋਂ ਇਹ ਹਾਰਿਆ। ਹੁਣ ਤੁਸੀਂ ਕਹੋਗੇ ਜੀ ਪੋਰਸ ਤੋਂ ਤੇ ਇਹ ਜਿੱਤ ਲਿਆ ਸੀ, ਰਾਜ ਵਾਪਸ ਕਰਕੇ ਚਲਾ ਗਿਆ, ਉਹਦਾ ਦਿਮਾਗ ਖਰਾਬ ਥੋੜ੍ਹੀ ਹੈ ਇਤਨਾ ਖੂਨ ਖਰਾਬਾ ਕਰਕੇ। 1.5 ਸਾਲ ਜੇਹਲਮ ਦੇ ਕਿਨਾਰੇ ਇਸ ਕਰਕੇ ਬੈਠਾ ਰਿਹਾ ਵੀ ਜੇਹਲਮ ਪਾਰ ਕਿਵੇਂ ਕਰਾਂ। 1.5 ਸਾਲ ਤੱਕ ਨਹੀਂ ਪਤਾ ਲੱਗਾ ਬੰਦੇ ਨੂੰ, 1.5 ਸਾਲ ਕਿਨਾਰੇ ਬੈਠਾ ਰਿਹਾ, ਪਾਰ ਕਰਨ ਦੀ ਵਿਧੀ ਨਹੀਂ ਸੀ, ਕਿਉਂਕਿ ਜਿੱਥੋਂ ਆਇਆ ਸੀ ਉੱਥੇ ਨਦੀਆਂ ਉਨੀਆਂ ਹੁੰਦੀਆਂ ਨਹੀਂ ਹੈ। ਈਵਨ ਪੋਰਸ ਦੇ ਨਾਲ ਲੜਾਈ ਵਿੱਚ ਪਹਿਲੀ ਵਾਰ ਸਿਕੰਦਰ ਦੀ ਫੌਜ ਨੇ ਹਾਥੀ ਵੇਖੇ ਸਨ, ਉਹਨੂੰ ਹਾਥੀ ਨਹੀਂ ਪਤਾ ਸੀ ਵੀ ਇਹਨਾਂ ਨਾਲ ਕਿਵੇਂ ਲੜਨਾ। ਪਹਿਲਾ ਹਮਲਾ ਨਹੀਂ ਬਰਦਾਸ਼ਤ ਕਰ ਸਕੇ। ਖੈਰ, ਮੈਂ ਜੋ ਕਹਿਣਾ ਚਾਹ ਰਿਹਾ ਸੀ ਮੈਂ ਉਹ ਵੀ ਹਰੀ ਸਭ ਤੋਂ ਵੱਡਾ ਹੈ। ਦੁਨੀਆ ਜਿਹਨੂੰ ਸਭ ਤੋਂ ਵੱਡਾ ਬਣਾ ਵੀ ਦਿੰਦੀ ਹੈ। ਹੁਣ ਇਹ ਕਿਤਨਾ ਵੱਡਾ ਝੂਠ ਕਿਤਨੇ ਸਾਲ ਬਾਅਦ ਸੱਚਾਈ ਸਾਹਮਣੇ ਆਈ ਹੈ। 2022 ਚੱਲ ਰਿਹਾ, ਇਹਦੇ 'ਚ 325 ਹੋਰ ਜੋੜ ਦਿਓ, 325 ਤੇ ਟੋਟਲ ਬਣੇਗਾ ਲਗਭਗ 2350 ਸਾਲ। 2350 ਸਾਲ ਤੱਕ ਲੋਕ ਕਹਿੰਦੇ ਰਹੇ ਸਾਰੀ ਦੁਨੀਆ ਜਿੱਤਣ ਵਾਲਾ ਸਿਕੰਦਰ, ਸਾਰੀ ਦੁਨੀਆ ਜਿੱਤਣ ਵਾਲਾ ਸਿਕੰਦਰ। ਅੱਜ ਲੋਕਾਂ ਨੂੰ ਪਤਾ ਲੱਗਿਆ ਸਾਰੀ ਦੁਨੀਆ ਤੋਂ ਉਹਨੇ ਜਿੱਤੀ ਕੋਈ ਨਹੀਂ, ਐਵੇਂ ਸਭ ਤੋਂ ਵੱਡਾ ਕਹੀ ਜਾਂਦੇ ਨੇ, ਐਵੇਂ ਦੱਸਦੇ ਨੇ ਵੀ ਸਾਰੀ ਦੁਨੀਆ 'ਤੇ ਉਹਨੇ ਰਾਜ ਕੀਤਾ, ਕਿ ਕੋਈ ਸਾਰੀ ਦੁਨੀਆ 'ਤੇ ਰਾਜ ਨਹੀਂ ਕੀਤਾ। ਵਿੱਚ ਜਿਹੜੇ 10-12 ਰਾਜ ਪੈਂਦੇ ਨੇ ਉਹ ਸਮਝ ਲਓ ਤੁਸੀਂ, ਉਹ ਛੋਟੇ ਮੋਟੇ ਪ੍ਰਦੇਸ਼ ਜਿਹੜੇ ਨੇ। ਹਾਂ, ਫਾਰਸ ਉਸ ਸਮੇਂ ਹੁੰਦਾ ਸੀ, ਜਿਹਨੂੰ ਪਰਸ਼ੀਅਨ ਲੋਕ ਜਿਵੇਂ ਕਹਿੰਦੇ ਆ ਆਪਾਂ, ਫਾਰਸ ਦੇ ਲੋਕ। ਅੱਜ ਕੱਲ੍ਹ ਈਰਾਨ ਦਾ ਇਲਾਕਾ ਇਹ ਸਭ ਤੋਂ ਵੱਡਾ ਸੀ, ਉਹਦੀ ਜਿੱਤ ਵਿੱਚ ਇਹ ਜ਼ਿਆਦਾ ਵੱਡੀ ਜਿੱਤ ਹੈ। ਬਾਕੀ ਛੋਟੇ ਮੋਟੇ ਦੇਸ਼ ਨੇ ਉਹ ਤੇ ਹੁਣ ਵੀ ਵਿਚਾਰੇ ਕਿਸੇ ਨਾਲ ਕੋਈ ਲੜਨਾ ਚਾਹੇ ਮੁਸ਼ਕਿਲ ਹੀ ਹੈ ਕਿ ਜਿੱਤ ਜਾਏ। ਖੈਰ, ਲੋਕ ਕਿਸੇ ਨੂੰ ਵੀ ਵੱਡਾ ਕਹਿ ਦੇਣ, ਕਿਸੇ ਨੂੰ ਵੀ ਤਾਕਤਵਰ ਕਹਿ ਦੇਣ, ਨਹੀਂ ਪਤਾ ਲੱਗਦਾ ਕਿ ਵਾਕਈ ਉਹ ਵੱਡਾ ਹੈ ਜਾਂ ਨਹੀਂ। ਪਰ ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ, ਹਰੀ ਫਿਰ ਵੀ ਸਭ ਤੋਂ ਵੱਡਾ ਹੈ ਔਰ ਪਰਮਾਤਮਾ ਸਭ ਤੋਂ ਵੱਡਾ। ਇਹ ਸਾਬਿਤ ਕਰਨ ਦੀ ਜ਼ਰੂਰਤ ਨਹੀਂ ਹੈ। ਸਿਕੰਦਰ ਸਭ ਤੋਂ ਵੱਡਾ ਸੀ, ਇਹਦੇ ਸਾਬਿਤ ਕਰਨ ਵਾਸਤੇ ਲੋਕਾਂ ਨੇ ਲੱਭਿਆ, ਮਿਲਿਆ ਕਿ ਵੱਡਾ ਨਹੀਂ ਹੈ।
ਕਿਉਂਕਿ ਹੁਣ ਦੀ ਜੋ ਹਾਲਤ ਬਣੀ, ਹੁਣ ਐਥਨਸ ਡਿਫਾਲਟਰ ਦੇਸ਼ ਹੈ, ਤੁਹਾਨੂੰ ਸ਼ਾਇਦ ਪਤਾ ਹੋਣਾ ਵੀ ਐਥਨਸ ਨੇ, ਗ੍ਰੀਸ ਨੇ ਵਰਲਡ ਬੈਂਕ ਦਾ ਕਰਜ਼ਾ ਦੇਣਾ, ਉਹਦੀ ਕਿਸ਼ਤਾਂ ਨਹੀਂ ਉਤਾਰ ਪਾ ਰਿਹਾ, ਉਹਦੀ ਕਰੰਸੀ ਡਾਊਨ ਹੋ ਗਈ, ਉੱਥੇ ਬਿਜ਼ਨਸ ਠੱਪ ਹੋ ਗਿਆ। ਅੱਜ ਸਿਕੰਦਰ ਦੇ ਦੇਸ਼ ਦੀ ਇਹ ਹਾਲਤ ਹੈ ਕਿ ਉਹ ਡਿਫਾਲਟਰ ਹੋ ਗਿਆ। ਉਸ ਦੇਸ਼ ਨੂੰ ਇਹ ਪਰੇਸ਼ਾਨੀਆਂ ਆ ਰਹੀਆਂ ਨੇ। ਇੱਕ ਦੂਸਰੀ ਮਿਸਾਲ, ਤਿੰਨਾਂ ਲੋਕਾਂ ਦਾ ਵਿਜਈ ਘੋਸ਼ਿਤ ਕੀਤਾ ਰਾਵਣ ਨੂੰ, ਵੀ ਰਾਵਣ ਨੇ ਤਿੰਨੋਂ ਲੋਕ ਜਿੱਤ ਲਏ, ਧਰਤੀ ਵੀ, ਧਰਤੀ ਦੇ ਹੇਠਾਂ ਪਤਾਲ ਵੀ, ਧਰਤੀ ਦੇ ਉੱਤੇ ਆਕਾਸ਼ ਵੀ, ਯਾਨੀ ਕਿ ਸਵਰਗ ਦੇ ਦੇਵਤੇ ਵੀ ਹਰਾਤੇ। ਸਵਰਗ ਤੇ ਖੈਰ ਇਹਦੇ ਬੇਟੇ ਨੇ ਜਿੱਤ ਲਿਆ ਸੀ, ਇਹਦਾ ਨਾਮ ਹੀ ਤਾਂ ਪਿਆ ਸੀ ਮੇਘਨਾਥ। ਮੇਘ ਕਹਿੰਦੇ ਨੇ ਬੱਦਲ, ਬੱਦਲ ਮਤਲਬ ਇੰਦਰ, ਤੇ ਨਾਥ ਨੱਥਣ ਵਾਲਾ, ਜਿੱਤ ਲੈਣ ਵਾਲਾ। ਜਿਹਨੇ ਮੇਘ ਨੂੰ, ਇੰਦਰ ਨੂੰ ਜਿੱਤਿਆ ਹੋਵੇ, ਇਹਦਾ ਨਾਮ ਇੱਕ ਇੰਦਰਜੀਤ ਵੀ ਹੈ। ਰਮਾਇਣ 'ਚ ਤੁਸੀਂ ਸ਼ਾਇਦ ਸੁਣਿਆ ਹੋਵੇ, ਇੰਦਰਜੀਤ ਇਹਦਾ ਨਾਮ ਬੁਲਾਉਂਦੇ ਸਨ। ਤੇ ਰਾਵਣ ਦੇ ਬੇਟੇ ਨੇ ਸਵਰਗ ਜਿੱਤਿਆ ਹੈ, ਰਾਵਣ ਨੇ ਧਰਤੀ ਜਿੱਤੀ ਹੈ, ਰਾਵਣ ਦੇ ਹੋਰ ਭਰਾ ਜਿਹੜੇ ਨੇ ਕੁੰਭਕਰਨ ਵਗੈਰਾ, ਇਹ ਪਤਾਲ ਜਿੱਤ ਆਏ ਨੇ। ਅੱਜ ਰਾਵਣ ਦਾ ਦੇਸ਼ ਦੇਖ ਲਓ, ਸ਼੍ਰੀਲੰਕਾ, ਰੋਟੀ ਨਹੀਂ ਹੈ ਖਾਣ ਨੂੰ, ਚਾਏ ਪੱਤੀ ਦੇ ਇਲਾਵਾ ਉੱਥੇ ਕੁਝ ਹੁੰਦਾ ਨਹੀਂ ਹੈ। ਇਹ ਹਾਲਤ ਹੈ ਜਿਹਨੂੰ ਵੱਡਾ ਅਸੀਂ ਕਹਿ ਦਿੰਦੇ ਹਾਂ ਕਿਤਾਬਾਂ ਪੜ੍ਹ ਪੜ੍ਹ ਕੇ, ਪਰ ਉਸ ਵੱਡੇ ਨੂੰ ਪ੍ਰਮਾਤਮਾ ਕਦੋਂ ਛੋਟਾ ਕਰ ਦੇ ਕੋਈ ਪਤਾ ਨਹੀਂ ਹੈ। ਰਾਵਣ ਨੂੰ ਹੁਣ ਕੌਣ ਜਾਣਦਾ ਹੈ? ਔਰ ਇਹ ਤੇ ਮਹਾਰਾਜ ਨੇ ਕਈ ਸੌ ਸਾਲ ਪਹਿਲਾਂ ਲਿਖ ਵੀ ਦਿੱਤਾ ਸੀ ਵੀ ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਸੋ ਵੱਡਾ ਕੌਣ ਹੋਇਆ? ਦੂਸਰੇ ਪੱਖ ਵਿੱਚ ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਪ੍ਰਮਾਤਮਾ ਹੀ ਸਭ ਤੋਂ ਵੱਡਾ ਕਿਉਂ ਹੈ? ਮਹਾਰਾਜ ਦਾ ਇੱਕ ਸ਼ਬਦ ਹੈ, ਅੱਜ ਕੱਲ੍ਹ ਤਾਂ ਸੌਖਾ ਵੀ ਹੈ ਵੀ ਮੋਬਾਈਲ 'ਚ ਕਈ ਹਿੰਦੀ, ਇੰਗਲਿਸ਼ ਦੇ ਜਾਂ ਪੰਜਾਬੀ ਦੇ ਕਈ ਸੌਫਟਵੇਅਰ ਨੇ ਜਿਹਦੇ 'ਚ ਗੁਰਬਾਣੀ ਆ ਜਾਂਦੀ ਹੈ। ਇੱਕ ਸ਼ਬਦ ਕਦੀ ਕੱਢ ਕੇ ਵੇਖਣਾ, ਉਹ ਸ਼ੁਰੂ ਹੁੰਦਾ ਵੱਡੇ ਵੱਡੇ ਜੋ ਦੀਸੈਂ ਲੋਕ। ਵੱਡੇ ਵੱਡੇ, ਇਹੀ ਵਰਡਿੰਗ ਹੈ, ਵੱਡੇ ਵੱਡੇ ਜੋ ਦੀਸੈਂ ਲੋਕ, ਤਿਨਕੋ ਵਿਆਪੈ ਚਿੰਤਾ ਰੋਗ। ਹੁਣ ਸਮਝ ਆ ਜਾਏਗਾ ਸਭ ਨੂੰ। ਔਰ ਵੈਸੇ ਵੀ ਜਿਸ ਇਲਾਕੇ 'ਚ ਅਸੀਂ ਬੈਠੇ ਹਾਂ, ਇਹ ਵੈਸੇ ਹੀ ਪੌਸ਼ ਏਰੀਆ ਕਹਿਲਾਂਦਾ ਲਖਨਊ ਦਾ। ਅਤੇ ਮੈਂ ਮਾਫੀ ਕਹਿ ਕੇ ਫਿਰ ਇਹ ਸ਼ਬਦ ਕਈ ਵਾਰੀ ਪੜ੍ਹਨਾ ਪੈਂਦਾ, ਕਿਉਂਕਿ ਸਭ ਨੇ ਕਹਿਣਾ ਅੱਛਾ ਜੀ, ਲੇਕਿਨ ਮੈਂ ਤਾਂ ਕਹਿ ਵੀ ਨਹੀਂ ਸਕਦਾ। ਪਰ ਇਸ ਵਿਸ਼ਾ ਅੱਜ ਦਾ ਇਹ ਹੈ ਕਿ ਹਰੀ ਸਭ ਤੋਂ ਵੱਡਾ ਹੈ, ਦੁਨੀਆ 'ਚ ਕੋਈ ਵੱਡਾ ਨਹੀਂ ਹੁੰਦਾ। ਔਰ ਅਗਰ ਦੁਨੀਆ 'ਚ ਕੋਈ ਵੱਡਾ ਹੈ ਤਾਂ ਉਸ ਵੱਡੇ ਦੀ ਇਹ ਹਾਲਤ ਰਹਿੰਦੀ ਹੈ। ਕੌਣ ਵੱਡਾ? ਮਾਇਆ ਵਡਿਆਈ। ਇਹ ਸੱਚਾਈ ਹੈ ਜੋ ਮਹਾਰਾਜ ਨੇ ਲਿਖੀ ਹੈ ਵੀ ਮਾਇਆ ਦੀ ਵਡਿਆਈ ਹੈ। ਪਰ ਬਾਣੀ ਵਿੱਚ ਇਹ ਫਰਮਾਇਆ ਹੈ ਤੇ ਦੁਨੀਆ ਦੇ ਲੋਕਾਂ ਨੇ ਮੰਨਿਆ ਨਾ, ਕੌਣ ਵੱਡਾ? ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ। ਅਸਲ 'ਚ ਵੱਡਾ ਤੇ ਉਹ ਹੈ ਜਿਹਨੇ ਪ੍ਰਮਾਤਮਾ ਨਾਲ ਆਪਣੀ ਲਿਵ ਜੋੜ ਲਈ ਹੈ। ਬਾਕੀ ਤੇ ਕਹਿਣ ਨੂੰ ਵੱਡੇ ਨੇ। ਪ੍ਰਮਾਤਮਾ ਜਿੰਨਾ ਕੁ ਵੱਡਾ ਹੈ ਉਸ ਦੀ ਕੋਈ ਸੀਮਾ ਨਹੀਂ ਹੈ, ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਵੀ ਕਿੰਨਾ ਕੁ। ਇਸ ਲਈ ਸਤਿਗੁਰ ਪਾਤਸ਼ਾਹ ਜੀ ਨੇ ਫਰਮਾਇਆ, ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਜੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਅਸੀਂ ਜੁੜ ਜਾਵਾਂਗੇ, ਦਾਵਣ ਕਹਿੰਦੇ ਨੇ। ਹੁਣ ਤੇ ਇਹ ਵੀ ਲਫ਼ਜ਼ ਜਿਹੜਾ ਨਾ, ਵੈਸੇ ਹੁਣ ਤੋਂ 20 ਸਾਲ ਪਹਿਲਾਂ ਕੋਈ ਕਥਾ ਕਰਦਾ ਹੋਏਗਾ ਤੇ ਦਾਵਣ ਦਾ ਅਰਥ ਨਹੀਂ ਸੀ ਕਰਨਾ ਪੈਂਦਾ ਹੋਣਾ। ਹੁਣ ਬੱਚੇ ਨੂੰ ਦਾਵਣ ਦਾ ਅਰਥ ਕਰਕੇ ਦੱਸਣਾ ਪਏਗਾ ਅੱਜ ਦੇ ਨੂੰ, ਕਿਉਂਕਿ ਦਾਉਣ ਵਾਲਾ ਹੁਣ ਮੰਜਾ ਦਿਖਾਈ ਨਹੀਂ ਦਿੰਦਾ। ਬਜ਼ੁਰਗ ਬਾਹਰ ਬੈਠੇ ਨੇ, ਇਹਨਾਂ ਨੂੰ ਪਤਾ ਹੋਏਗਾ। ਪੰਜਾਬੀ 'ਚ ਇਹਨੂੰ ਕਹਿੰਦੇ ਨੇ ਪੈਂਦ। ਹੁਣ ਤੇ ਬੈੱਡ ਬਣਦੇ ਨੇ, ਉਹ ਵੀ ਇਸ ਪ੍ਰਕਾਰ ਦੇ ਵੀ ਉਹਦਾ ਸਰਾਣਾ ਨਹੀਂ ਬਣਾਉਂਦੇ ਵੀ ਜਿੱਧਰ ਮਰਜ਼ੀ ਖਿਸਕਾਇਆ, ਕਮਰੇ ਦੇ ਜਿਹੜੇ ਮਰਜ਼ੀ ਸਾਈਡ ਦੇ ਉੱਤੇ ਲਾਤਾ, ਉੱਧਰੋਂ ਹੀ ਸੌਣਾ ਬੈਠਣਾ ਉਹਦਾ ਵਰਤਿਆ ਜਾ ਸਕੇ। ਅਤੇ ਉਹਦੀ ਪੈਂਦ ਵਾਲਾ ਪਾਸਾ, ਸਿਰਹਾਣੇ ਵਾਲਾ ਪਾਸਾ ਜਾਂ ਦਾਉਣ ਵਾਲਾ ਪਾਸਾ ਨਹੀਂ ਪਤਾ ਲੱਗਦਾ। ਅਤੇ ਦਾਵਣ ਦਾ ਮਤਲਬ ਹੈ ਪਿਛਲਾ ਪਾਸਾ। ਅਤੇ ਹਰ ਸੱਜਣ ਦਾਵਣ ਲੱਗਿਆ, ਪਰਮਾਤਮਾ ਦੇ ਪਿੱਛੇ ਚੱਲਣਾ, ਗੁਰੂ ਦੇ ਪਿੱਛੇ ਚੱਲਣਾ। ਕਿਸੇ ਨਾ ਦੇਈ ਬੰਨ, ਕੋਈ ਵੀ ਫਿਰ ਰੋਕ ਟੋਕ ਨਹੀਂ ਆਏਗੀ, ਕੋਈ ਵਿਕਾਰਾਂ ਦੀ, ਕੋਈ ਕੁਕਰਮਾਂ ਦੀ, ਕੋਈ ਅਵਗੁਣਾਂ ਦੀ। ਇਸ ਪ੍ਰਕਾਰ ਦਾ ਪ੍ਰਭਾਵ ਪ੍ਰਮਾਤਮਾ ਦੇ ਨਾਲ ਜੁੜਨ ਦਾ ਹੈ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ।
परमात्मा दे नाल जुड़न दा फायदा है। बाकी संसार दे किसी भी व्यक्ति नाल जे जुड़न दा यतन करिए, जुड़े ने लोग, पर बाद विच अंदाज़ा होया भी ठीक नहीं जुड़ सके। जुड़न लग्या जो सोचना सी वो सही फैसला नहीं कर सके। वड्डा सोच के गए सी पर वो वड्डा निकलिया नहीं। महाराज ने बाणी च एक उदाहरण दिती है भी कई बारी बंदा सोच के कुछ जाता है, अगे कुछ होर हुंदा। सिमल रुख सरायरा अत दीरघ अत मुच। सिंबल का पेड़ सड़कों ते आम होंदे ने, बीजदा इनू कोई नहीं, इहदा फायदा नहीं ना। सरायरा बहुत सोहना, अत दीरघ बहुत उच्चा, समुचे का समुचा। सोहना इंज लगता है जिवें किसी ने कांट छांट के लगाया। अच्छा, इत्ते बंदा कोई चढ़ नहीं सकता, इत्ते कंडे इहो जिहे इस तरह के होंदे। महाराज ने लिखिया सिमल रुख सरायरा अत दीरघ अत मुच ओए जे आवें आस कर। को पंछी ये ते आस करके आउंदे ने। इहदा जो फल हुंदा है ना सिंबल दा, फल भी नहीं हुंदा, वो फुल ही हुंदा। असल विच वो फुल खिड़न तो पहला अमरूद वर्गा लगदा या कच्चे अंब वर्गा। वैसे अमरूद ज़्यादा बेहतर शब्द है। ओए जे आवें आस कर, जदों आउंदे ने ते चुंझ मारदे ने आम तौर पर तोते वगैरह, भी सोचते ने अमरूद होएगा। ओए जे आवें आस कर जाहे निरासे कित। वो निराश जाना पैंदा जब चुंझ मारदे ने ते फल फिक्के, फुल बकबके, कम ना आवें पत। इसलिए महाराज ने क्या उच्चा होने का की फायदा होया है। तो ये नालों ते मिठत नीवी नानका। कोई भले ही नीवा होवे, तरबूज दी बेल वर्गा, और फल बड़ा तगड़ा। अच्छा खासा डंगर पशु भी अपनी प्यास बुझा लेंदा अगर एक तरबूज वो भी खा जाए तो। सिंबल इतना वड्डा दरख्त है, वो एक पंछी की आस पूरी नहीं कर सकिया। सो वड्डा होने नाल लाभ तो नहीं है। गुणां दे करके इंसान वड्डा हुंदा है, चंगियाइयां दे करके वड्डा है। इसलिए गुरु की वडियाई, परमात्मा की वडियाई इस कारण करके है। तुसी जितने भी गुरु संसार विच होए ने ना, साडे देश विच तां टीचर नूं भी गुरु ही कहंदे ने। भातखंडे च जाइए उत्थे परंपरा हुण भी है, गुरु जी करके ही बुलाते हैं म्यूजिक टीचर नूं, क्योंकि वो परंपरा इस प्रकार की। बनारस म्यूजिक यूनिवर्सिटी है, उत्थे भी इस तरह ही है, होर किते भी होवे। अगर कोई मुसलमान बंदा होए म्यूजिक सिखांदा, उन्होंने उस्ताद जी कहते हैं, ये भी गुरु ही है। वडियाई की गल है, गुण करके वडियाई है। तो हुण जे इस प्रकरण विच अगर दुनिया के किसी भी गुरु नूं पुछोगे, जिन्हों लोग गुरु कहते होण, चाहे टीचर नूं, चाहे म्यूजिक के उस्ताद नूं, या किसी होर कोलों काम सीखण वाले नूं, जिन्हों भी गुरु कहते होण, तो उन्होंने कहिए भी तू द्रोणाचार्य वर्गा गुरु बनेगा, अगला हाथ जोड़ लेगा, ना भाई मैं नहीं बनना। नहीं, हो तो उस टाइम का बड़ा महारथी गुरु रहा, बड़ा तगड़ा वो तो धनुधारी रहा। भी द्रोणाचार्य वर्गा गुरु क्यों नहीं बनेगा? भाई भगवान परशुराम का चेला होवे, तू उहदा अनुसरण नहीं करना चाहेगा। एक महज उहदे नाल एक गल जुड़ी है, छोटा जिहा कर्म, वड्डे काम जिन्ने मर्जी कीते होणगे, पर कोई भी उहदा गुण इस करके नहीं रखदा। वो पता है सबना नूं भी अपने ही चेले नूं, जिन्हों सिखाया भी नहीं, अगले ने सैल्फ प्रैक्टिस नाल सब कुछ सीखिया। एकलव्य दा सज्जे हत्थ दा अंगूठा मंग लिया उहने, कादी वडियाई। और ऐसे वड्डे दा की करना है? इस वडप्पण विच की हासिल हो गया किसी नूं? इसलिए दुनिया के जितने जितने वड्डे लोग रहे ने, जिन्हां नूं संसार ने वड्डा कहा, उन्हां सारियां नूं ही ये चीज़ महसूस करनी पई है। सो महाराज ने क्या बाकी सब नूं छड्ड के हर जेठ जुड़न दा लोड़ीए, जिस अग्गे सब निवन, हर सज्जण दावण लग्या, किसै न देई बन, माणक मोती नाम प्रभ, उन लग्गै नाही सन।
ਪਰਮਾਤਮਾ ਦੇ ਨਾਮ ਰੂਪੀ ਮਾਣਕ ਨੂੰ, ਮੋਤੀ ਨੂੰ ਅਪਣਾਉਣਾ ਚਾਹੀਦਾ, ਜਿਹਨੂੰ ਸੰਨ ਨਹੀਂ ਲਾ ਸਕਦਾ ਕੋਈ, ਜਿਹਨੂੰ ਕੋਈ ਚੋਰੀ ਨਹੀਂ ਕਰ ਸਕਦਾ। ਜਿੰਨਾ ਮਰਜ਼ੀ ਕੋਈ ਕੋਸ਼ਿਸ਼ ਕਰ ਲੈ, ਨਾਮ ਸਾਡੇ ਕੋਲ ਹੀ ਰਹੇਗਾ। ਇਸ ਲਈ ਸਤਿਗੁਰ ਪਾਤਸ਼ਾਹ ਜੀ ਨੇ ਜ਼ਾਹਿਰ ਕੀਤਾ ਹੈ ਕਿ ਜੇ ਅਸੀਂ ਨਾਮ ਅਪਣਾਇਆ, ਤੇ ਜਪਣ ਵਾਸਤੇ ਕਈ ਇਹ ਸੋਚਦੇ ਨੇ ਵੀ ਅੱਜ ਕਲਯੁਗ ਦਾ ਵਕਤ ਚੱਲ ਰਿਹਾ, ਇਹਦੇ ਵਿੱਚ ਸਮੇਂ ਦੇ ਹਿਸਾਬ ਨਾਲ, ਵਕਤ ਦੇ ਹਿਸਾਬ ਨਾਲ ਚੱਲਣਾ ਪੈਂਦਾ ਵੀ ਜਲਦੀ ਕੋਈ ਨਹੀਂ ਉੱਠਦਾ, ਨਾਮ ਜਪਣ ਦਾ ਕਿਸੇ ਨੂੰ ਪਤਾ ਨਹੀਂ, ਆਉਂਦਾ ਕਿਸੇ ਨੂੰ ਨਹੀਂ। ਇੱਕ ਗੱਲ ਤੇ ਮੈਂ ਬੇਨਤੀ ਕਰਾਂ ਭਈ ਨਾਮ ਜਪਣਾ ਕਿਸੇ ਨੂੰ ਨਹੀਂ ਆਉਂਦਾ, ਇਹ ਸਰਾਸਰ ਝੂਠ। ਮੈਂ ਜੀ ਕਦੇ ਜਪਿਆ ਨਹੀਂ, ਇਹ ਵੀ ਸਰਾਸਰ ਝੂਠ ਹੈ। ਮੈਂ ਨਹੀਂ ਕਹਿ ਰਿਹਾ, ਮੈਂ ਬਾਣੀ 'ਚੋਂ ਇੱਕ ਦੋ ਬਚਨ ਤੁਹਾਡੇ ਨਾਲ ਸਾਂਝੇ ਕਰ ਦੇਣੇ। ਤੇ ਜਿਹੜੇ ਇਹ ਸੋਚਦੇ ਸੀ ਹੁਣ ਤੱਕ ਵੀ ਮੈਂ ਨਾਮ ਜਪਿਆ ਹੀ ਕਦੇ ਨਹੀਂ, ਮੈਨੂੰ ਨਾ ਜਪਣਾ ਆਉਂਦਾ, ਤੇ ਇਹ 100% ਝੂਠ ਹੈ। ਹਰ ਬੰਦੇ ਨੇ ਨਾਮ ਜਪਿਆ, ਹਰੇਕ ਨੇ ਜਪਿਆ। ਸੋਚ ਕੇ ਵੇਖੇਗਾ ਤੇ ਚੇਤੇ ਆ ਜਾਏਗਾ। ਔਰ ਥੋੜ੍ਹਾ ਬਹੁਤ ਨਹੀਂ ਜਪਿਆ, ਲਗਭਗ 9 ਮਹੀਨੇ ਜਪਿਆ, ਕਈਆਂ ਨੂੰ 10 ਵੀ ਹੋ ਜਾਂਦੇ ਨੇ। ਉਹ ਹੈ ਗਰਭ ਜੋਨ ਵਿੱਚ। ਹੁਣ ਮੈਂ ਬਾਣੀ ਦੀ ਪੰਕਤੀ ਪੜ੍ਹਾਂ, ਯਾਦ ਹੋਏਗੀ ਕਈਆਂ ਨੂੰ। ਮਾਤ ਗਰਭ ਮੈਂ ਆਪਨ ਸਿਮਰਨ ਦੇ। ਸਿਮਰਨ ਕਿਹਨੇ ਦਿੱਤਾ? ਵਾਹਿਗੁਰੂ ਨੇ। ਕਿੱਥੇ ਦਿੱਤਾ? ਮਾਤਾ ਦੇ ਗਰਭ ਵਿੱਚ। ਔਰ ਉਹਦੇ ਨਾਲ ਕੀ ਹੋਇਆ? ਤਹਿ ਤੁਮ ਰਾਖਣ ਹਾਰੇ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਮਤਲਬ ਹਰ ਬੰਦੇ ਨੇ ਮਾਤਾ ਦੇ ਗਰਭ ਵਿੱਚ ਸਿਮਰਨ ਕੀਤਾ, ਹੋਰ ਕੁਛ ਨਹੀਂ ਕੀਤਾ। ਬਾਕੀ ਸਾਰੀਆਂ ਚੀਜ਼ਾਂ ਤੇ ਹੋ ਹੀ ਰਹੀਆਂ ਸੀ ਸੰਸਾਰਕ ਕਿਰਿਆਵਾਂ ਅਨੁਸਾਰ। ਤੇ ਜੇ ਪ੍ਰਮਾਤਮਾ ਨੇ ਉੱਥੇ ਰੱਖਿਆ ਕੀਤੀ ਹੈ, ਤੇ ਇੱਕ ਗੱਲ ਤੇ ਪੱਕੀ ਹੋ ਗਈ ਨਾ, ਹੁਣ ਕੋਈ ਇਹ ਨਹੀਂ ਕਹੇਗਾ, ਨਾ ਕਹਿਣਾ ਚਾਹੀਦਾ ਕਿ ਮੈਨੂੰ ਸਿਮਰਨ ਨਹੀਂ ਆਉਂਦਾ। 9 ਮਹੀਨੇ ਜਿਹੜੀ ਚੀਜ਼ ਕੀਤੀ ਹੋਵੇ ਉਹ ਬੰਦਾ ਭੁੱਲ ਨਹੀਂ ਸਕਦਾ, ਕਦੇ ਨਹੀਂ ਭੁੱਲ ਸਕਦਾ। ਕਿਸੇ ਨੇ 9 ਦਿਨ ਕੋਈ ਕੰਮ ਕੀਤਾ ਹੋਵੇ, ਕੋਈ ਘੁੰਮਣ ਫਿਰਨ ਗਿਆ ਹੋਵੇ, ਥਾਈਲੈਂਡ ਚਲਾ ਜਾਏ, ਮਲੇਸ਼ੀਆ ਚਲਾ ਜਾਏ, ਸਿੰਗਾਪੁਰ, ਚੱਕਰ ਮਾਰਨ ਚਲੇ ਹੀ ਜਾਂਦੇ ਨੇ। ਕਰੋਨਾ ਤੋਂ ਬਾਅਦ ਜਿਹੜਾ ਮੌਕਾ ਮਿਲਿਆ ਮਾੜਾ ਮੋਟਾ, ਸਭ ਨਿਕਲੇ ਇੱਕਦਮ ਫਟਾਫਟ ਵੀ ਚਲੋ, ਬੜੇ ਮੁਸ਼ਕਿਲ ਘਰੇ ਬੈਠੇ ਹੋ ਪਰੇਸ਼ਾਨ ਹੋ ਹੀ ਗਏ ਸੀ। ਤੇ 8-9 ਦਿਨ ਦੀ ਯਾਤਰਾ ਨਹੀਂ ਭੁੱਲਦੇ, 9 ਮਹੀਨੇ ਸਿਮਰਨ ਕੀਤਾ ਤੇ ਬੰਦਾ ਭੁੱਲ ਜਾਂਦਾ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈਂ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਇਸ ਲਈ ਇਹ ਨਹੀਂ ਕਹਿ ਸਕਦੇ ਹਾਂ, ਬਿਲਕੁਲ ਨਹੀਂ ਕਹਿ ਸਕਦੇ ਕਿ ਸਿਮਰਨ ਨਹੀਂ ਆਉਂਦਾ ਜਾਂ ਸਿਮਰਨ ਕਦੇ ਕੀਤਾ ਨਹੀਂ। ਹਾਂ, ਕਰਨਾ ਨਹੀਂ ਚਾਹੁੰਦੇ, ਇਹ ਵੱਖਰੀ ਗੱਲ ਹੈ। ਭਾਵਨਾ ਨਹੀਂ ਹੈ, ਮਨਸ਼ਾ ਨਹੀਂ ਹੈ ਕਰਨ ਦੀ, ਉਹ ਚੀਜ਼ ਅਲੱਗ ਹੈ। ਉਹ ਵੱਖਰੀ ਇੱਕ ਵਿਸ਼ੇ ਦੀ ਗੱਲ ਹੈ, ਜਿਹਨੂੰ ਬੰਦਾ ਐਕਸੈਪਟ ਨਹੀਂ ਕਰਦਾ ਵੀ ਠੀਕ ਹੈ, ਕਰਨ ਦੀ ਭਾਵਨਾ ਨਹੀਂ ਤੇ ਫਿਰ ਕਰਨਾ ਕਿੱਥੇ। ਇਸ ਲਈ ਇਨਸਾਨ ਕਈ ਵਾਰੀ ਸੋਚਦਾ ਹੈ, ਜੇ ਮੈਨੂੰ ਪੰਜਾਬੀ ਦੀ ਕਹਾਵਤ ਯਾਦ ਆ ਗਈ ਵੀ ਕਹਿਣਾ ਮੋੜਨਾ ਨਹੀਂ, ਡੱਕਾ ਤੋੜਨਾ ਨਹੀਂ। ਇਹ ਪੁਰਾਣੀ ਕਹਾਵਤ ਹੈ, ਹੁਣ ਚੇਤੇ ਆ ਗਈ ਬਸ। ਉਹ ਵੀ ਗੁਰੂ ਦੀ ਗੱਲ ਮਨਾ ਨਹੀਂ ਕਰਨੀ, ਨਹੀਂ ਜੀ ਮਹਾਰਾਜ ਕਹਿ ਸਭ ਸੱਚ ਰਹੇ ਨੇ, ਪਰ ਜੀ ਕੀ ਕਰੀਏ। ਉੱਥੋਂ ਮੈਨੂੰ ਇਹ ਚੇਤੇ ਆ ਗਈ। ਤੇ ਉਹ ਹੋਇਆ ਇੰਜ ਸੀ ਬਈ, ਇੱਕ ਫਕੀਰ ਕੋਲ ਕੋਈ ਨੌਜਵਾਨ ਗਿਆ, ਕਹਿੰਦਾ ਮਹਾਰਾਜ ਮੈਨੂੰ ਚੇਲਾ ਬਣਾ ਲਓ। ਕਹਿੰਦੇ ਠੀਕ ਹੈ ਬੇਟਾ, ਬਣਾ ਲਿਆ। ਬਾਰਿਸ਼ ਪੈਣ ਵਾਲੀ ਸੀ, ਹਨੇਰੀ ਆਈ। ਉਹ ਕਹਿੰਦੇ ਬੇਟਾ ਬਾਰਿਸ਼ ਪੈ ਜਾਏਗੀ ਥੋੜ੍ਹੀ ਦੇਰ ਵਿੱਚ, ਉਹ ਜਾਂ ਸੁੱਕੀਆਂ ਲੱਕੜਾਂ ਚੁੱਕ ਲਿਆ। ਹੁਣ ਉਹਨੇ ਜਾਣਾ ਜੁਣਾ ਤਾਂ ਹੈ ਨਹੀਂ ਸੀ, ਮਨਾ ਵੀ ਨਹੀਂ ਸੀ ਕਰਨੀ। ਇਸ ਕਰਕੇ ਕਹਿੰਦਾ ਮਹਾਰਾਜ ਤੁਸੀਂ ਮੇਰੇ ਗੁਰੂ, ਮੈਂ ਤੁਹਾਡਾ ਚੇਲਾ, ਤੁਹਾਡੇ ਵੱਲ ਪਿੱਠ ਕਰਕੇ ਜਾਵਾਂਗਾ, ਇਹ ਨਹੀਂ ਮੈਂ ਪਾਪ ਕਰਨਾ। ਹੁਣ ਦੇਖੋ ਉਹਨੇ ਬਚਾ ਲਿਆ ਆਪਣੇ ਆਪ ਨੂੰ। ਮੈਂ ਨਹੀਂ ਬਹਾਨੇ ਨਿਕਲ ਆਉਂਦੇ ਨੇ ਵਿੱਚੋਂ, ਮਹਾਰਾਜ ਤੁਸੀਂ ਮੇਰੇ ਗੁਰੂ, ਤੁਹਾਡੇ ਵੱਲ ਪਿੱਠ ਕਰਕੇ ਜਾਵਾਂਗਾ, ਚੰਗਾ ਨਹੀਂ। ਉਹ ਵਿਚਾਰੇ ਬਜ਼ੁਰਗ ਆਦਮੀ ਆਪ ਗਏ, ਲੱਕੜਾਂ ਲੈ ਵੀ ਗਿੱਲੀਆਂ ਨਾ ਹੋਣ। ਬਾਰਿਸ਼ ਪੈ ਗਈ ਜੀ, ਬਾਰਿਸ਼ ਪੈ ਗਈ ਤੇ ਝੌਂਪੜੀ ਚੋਣ ਲੱਗ ਗਈ। ਉਹ ਕਹਿੰਦੇ ਨੇ ਬੇਟਾ ਉੱਪਰ ਚੜ੍ਹ ਕੇ ਨਾ ਛੱਪਰ ਦਾ ਘਾਸ ਫੂਸ ਠੀਕ ਕਰ ਦੇ। ਅੱਜ ਕੱਲ੍ਹ ਦੇ ਬੱਚੇ ਇਹਨੂੰ ਕਹਿਣਗੇ ਹੱਟ, HUT, ਝੌਂਪੜੀ। ਘਾਹ ਫੂਸ ਠੀਕ ਕਰ ਦੇ, ਉਹ ਚੋਣੀ ਬੰਦ ਹੋ ਜਾਏਗੀ। ਹੁਣ ਉਹਨੇ ਕਰਨਾ ਤੇ ਉਹ ਫਿਰ ਨਹੀਂ ਸੀ, ਹੈ ਮੇਰੇ ਵਰਗਾ ਢੀਠ ਸੀ ਬਿਲਕੁਲ। ਆਂਦਾ ਮਹਾਰਾਜ ਮੈਂ ਤੁਹਾਡਾ ਚੇਲਾ, ਤੁਸੀਂ ਮੇਰੇ ਗੁਰੂ, ਮੈਂ ਤੁਹਾਡੇ ਉੱਤੇ ਚੜਾਂਗਾ। ਨਾ ਨਾ ਨਾ, ਇਹ ਪਾਪ ਨਹੀਂ ਕਰਨਾ।
ਉਹ ਵਿਚਾਰੇ ਬਜ਼ੁਰਗ ਆਦਮੀ ਆਪਣੇ ਆਪ ਹੀ ਚੜ੍ਹੇ, ਘਾਹ ਫੂਸ ਠੀਕ ਕੀਤਾ, ਝੌਂਪੜੀ ਚੌਣੋਂ ਬੰਦ ਹੋ ਗਈ। ਫਿਰ ਉਹਨਾਂ ਨੇ ਅੱਗ ਜਲਾਈ। ਜੋ ਬਚਿਆ ਕੁਛ ਭਿਕਸ਼ਾ 'ਚ ਆਟਾ ਮਿਲਿਆ ਸੀ, 2 ਰੋਟੀਆਂ ਬਣਾ ਲਈਆਂ। 2 ਬਣ ਗਈਆਂ ਤੇ ਕਹਿੰਦਾ ਬੇਟਾ ਅੱਜ ਕੁਛ ਜ਼ਿਆਦਾ ਹੈ ਨਹੀਂ ਹੈ, ਮੀਂਹ ਕਰਕੇ ਮੰਗਣ ਵੀ ਨਹੀਂ ਗਏ, 2 ਰੋਟੀਆਂ ਨੇ, ਚੱਲ ਇੱਕ ਤੂੰ ਖਾ ਲੈ, ਇੱਕ ਮੈਂ ਖਾ ਲੈਂਦਾ। ਫਿਰ ਕਹਿੰਦਾ ਮਹਾਰਾਜ 2 ਹੁਕਮ ਤੁਹਾਡੇ ਨਹੀਂ ਮੰਨੇ ਬੜਾ ਪਾਪ ਹੋਇਆ, ਅਗਰ ਤੀਸਰਾ ਹੁਕਮ ਵੀ ਨਹੀਂ ਮੰਨਿਆ ਨਾ ਘੋਰ ਪਾਪ ਹੋ ਜਾਏਗਾ। ਇਹ ਪਾਪ ਨਹੀਂ ਕਰਾਂਗਾ, ਰੋਟੀ ਮੈਂ ਇੱਕ ਖਾ ਲੈਂਦਾ। ਇਹ ਸਭ ਦਾ ਹਾਲ। ਇਸ ਲਈ ਕਹਿਣਾ ਮੋੜਨਾ ਨਹੀਂ ਤੇ ਡੱਕਾ ਤੋੜਨਾ ਨਹੀਂ, ਉਹ ਹਿਸਾਬ ਬਣਿਆ ਪਿਆ। ਬੰਦਾ ਗੁਰੂ ਦੀ ਗੱਲ ਸੁਣਦਾ ਤੇ ਹੈ, ਪਰ ਨਾ ਮੰਨਣ ਦੇ ਵਿੱਚੋਂ ਬਹਾਨੇ ਕੱਢ ਲੈਂਦਾ ਹੈ। ਔਰ ਰੋਜ਼ ਜਿਨ੍ਹਾਂ ਨੇ ਸਵੇਰੇ ਜਪਜੀ ਸਾਹਿਬ ਪੜ੍ਹਿਆ, ਮੇਰੀ ਨਾ ਇਹ ਆਦਤ ਹੈ, ਮੈਂ ਕਈ ਵਾਰੀ ਇਹਦੇ 'ਚ ਨਾ ਕਹਿ ਕੇ ਵੀ ਇੱਕ ਪ੍ਰਚਾਰ ਹੁੰਦਾ ਇਸੇ ਸੈਂਟੈਂਸ ਵਿੱਚ। ਤੇ ਜਿਹਨੇ ਤੇ ਕੀਤਾ ਹੈ ਉਹ ਤੇ ਸ਼ੁਕਰ ਕਰੇਗਾ ਵੀ ਸ਼ੁਕਰ ਹੈ ਰੱਬ ਦਾ। ਗਿਆਨੀ ਜੀ ਨੇ ਕਹਿਤਾ ਜਿਨ੍ਹਾਂ ਨੇ ਨਿਤਨੇਮ ਕੀਤਾ ਉਹਨਾਂ ਨੇ ਪੜ੍ਹਿਆ ਹੋਏਗਾ, ਤੇ ਜਿਹਨੇ ਨਹੀਂ ਕੀਤਾ ਉਹਨੂੰ ਥੋੜ੍ਹਾ ਇਹ ਪਿੰਚ ਕਰ ਜਾਂਦੀ। ਕਈਆਂ ਨੇ ਤਾਂ ਕਹਿ ਵੀ ਦਿੱਤਾ ਗਿਆਨੀ ਜੀ ਇੰਝ ਨਾ ਕਿਹਾ ਕਰੋ, ਚੁੱਭਦਾ ਬੜਾ। ਮੈਂ ਕਿਹਾ ਜੀ ਚੁਭਾਉਣਾ ਹੀ ਤਾਂ ਹੁੰਦਾ, ਪ੍ਰਚਾਰਕ ਹੋਰ ਹੁੰਦੇ ਕਾਹਦੇ ਵਾਸਤੇ ਨੇ। ਤੁਸੀਂ ਦੇਖੋ ਕੀਰਤਨ ਬੜਾ ਹੁੰਦਾ, ਲੋਕ ਕੀਰਤਨ ਦੀਵਾਨ ਅਗਰ ਲਖਨਊ 'ਚ 50 ਕੀਰਤਨ ਦੀਵਾਨ ਹੁੰਦੇ ਨੇ ਤੇ ਕਥਾ 5 ਜਗ੍ਹਾ ਹੀ ਹੁੰਦੀ ਹੈ। ਕਿਉਂ? ਚੁਭਦਾ ਹੀ ਹੈ, ਕਥਾ ਚੁਭਦੀ। ਕੀਰਤਨ ਚੁਭਣਾ ਥੋੜ੍ਹੀ ਹੈ। ਕੀਰਤਨ ਤੇ ਸੁਣ ਲਿਆ, ਮਜ਼ਾ ਆਇਆ ਤੇ ਗਰਦਨ ਹਿਲਾ ਲਈ, ਨਹੀਂ ਤੇ ਠੀਕ ਹੈ ਅਗਲੇ ਚਲੇ ਜਾਣਗੇ ਬਾਜੇ ਲੈ ਕੇ। ਪਰ ਪ੍ਰਚਾਰਕ ਦੀ ਤਾਂ ਗੱਲ ਯਾਦ ਰਹਿੰਦੀ ਹੈ, ਉਹ ਮੁਸ਼ਕਿਲ ਹੁੰਦੀ। ਸੋ ਮੈਂ ਇੱਕ ਬਚਨ ਕਈ ਵਾਰੀ ਕਹਿ ਦਿੰਦਾ ਵੀ ਜਿਨ੍ਹਾਂ ਨੇ ਸਵੇਰੇ ਨਿਤਨੇਮ ਕੀਤਾ ਉਹਨਾਂ ਨੇ ਪੜ੍ਹਿਆ ਹੋਣਾ ਵੀ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ। ਇੱਕ ਸਿਆਣਪ ਕਿਹਦੇ ਨਾਲ ਵਰਤ ਰਹੇ ਹਾਂ? ਕੋਈ ਬੰਦਾ ਟਾਈਮ ਹੀ ਹੈ ਨਹੀਂ ਜੀ। 24 ਘੰਟੇ ਵਿੱਚ ਸਿਰਫ ਰੱਬ ਵਾਸਤੇ ਹੀ ਟਾਈਮ ਨਹੀਂ ਹੈ, 24 ਘੰਟੇ 'ਚ ਸਿਰਫ ਗੁਰੂ ਵਾਸਤੇ ਹੀ ਟਾਈਮ ਨਹੀਂ ਹੈ। ਤੇ ਪਰਮਾਤਮਾ ਨੂੰ ਬੇਵਕੂਫ ਥੋੜ੍ਹੀ ਬਣਾ ਸਕਦੇ ਹਾਂ। ਜਿੰਨਾ ਟਾਈਮ ਮੈਨੇਜਮੈਂਟ ਪਰਮਾਤਮਾ ਦੀ ਵਧੀਆ ਨਾ, ਉਨੀ ਕਿਸੇ ਦੀ ਵੀ ਨਹੀਂ। ਇੱਥੇ ਗਰਮੀ ਪਾ ਰਿਹਾ, ਆਸਟ੍ਰੇਲੀਆ ਠੰਡ ਕਰ ਰਿਹਾ, ਇੰਗਲੈਂਡ 'ਚ ਕਿਸੇ ਹੋਰ ਤਰ੍ਹਾਂ ਦਾ ਮੌਸਮ ਦੇਣਾ, ਉਹ ਇੰਨਾ ਐਕਿਊਰੇਟ ਹੈ, ਬਿਲਕੁਲ ਪਰਫੈਕਸ਼ਨ ਵਿੱਚ, ਜਿਵੇਂ ਪੱਕਾ ਹੁੰਦਾ ਆਪਣੇ। ਕਿੱਥੇ ਕਿਸ ਵਕਤ ਕਿਹੜਾ ਮੌਸਮ ਦੇਣਾ ਹੈ ਸਭ ਪਤਾ ਉਹਨੂੰ, ਭੁੱਲਦਾ ਵੀ ਨਹੀਂ ਹੈ। ਉਹਨੂੰ ਅਸੀਂ ਬੇਵਕੂਫ ਬਣਾਉਣ ਚੱਲ ਪੈਂਦੇ ਹਾਂ। ਅੱਛਾ ਉਹ ਸਭ ਦੀ ਸੁਣਦਾ, ਜਿਹੜੀਆਂ ਭਾਸ਼ਾਵਾਂ ਸਾਨੂੰ ਇਹ ਵੀ ਨਹੀਂ ਪਤਾ ਉੱਥੇ ਬੋਲਦੇ ਕੀ ਹੋਣਗੇ, ਉਹ ਵੀ ਨਹੀਂ। ਹੁਣ ਕਿਸੇ ਨੂੰ ਕੀ ਪਤਾ ਬੈਲਾਰੂਸ ਕੀ ਬੋਲਦੇ ਨੇ, ਚਿਕੋਸਲੋਵਾਕੀਆ 'ਚ ਕਿਹੜੀ ਲੈਂਗੁਏਜ ਜ਼ਿਆਦਾ ਚੱਲਦੀ, ਜਾਂ ਹੋਰ ਤੰਜ਼ਾਨੀਆ ਹੋ ਗਿਆ ਜਾਂ ਅਫਰੀਕਨ ਦੇਸ਼ ਹੋ ਗਏ, ਅਮਰੀਕਨ ਦੇਸ਼ ਬਹੁਤ ਸਾਰੇ ਐਸੇ ਨੇ, ਉੱਥੇ ਕੀ ਲੈਂਗੁਏਜ ਚੱਲਦੀ, ਉਹਨਾਂ ਦੀ ਵੀ ਸੁਣਦਾ। ਇਹ ਵੀ ਧਿਆਨ ਰੱਖਦਾ ਕਿਹੜਾ ਬੰਦਾ ਕੀ ਕਹਿ ਰਿਹਾ, ਕਦੋਂ ਕਹਿ ਰਿਹਾ, ਕਿਉਂ ਕਹਿ ਰਿਹਾ, ਸਹੀ ਕਹਿ ਰਿਹਾ, ਗਲਤ ਕਹਿ ਰਿਹਾ, ਸਭ ਦੀ ਪੁਕਾਰ ਸੁਣਦਾ। ਇਤਨੇ ਸਾਰੇ ਨੂੰ ਮੈਨੇਜ ਕਰਨ ਵਾਲੇ ਨੂੰ ਇੱਕ ਆਮ ਜਿਹਾ ਸਧਾਰਨ ਬੰਦਾ ਉਹ ਸਿਆਣਪ ਵਰਤਨ ਚੱਲ ਜਾਂਦਾ ਵੀ ਟਾਈਮ ਨਹੀਂ ਹੈ ਜੀ। ਅਤੇ ਪਰਮਾਤਮਾ ਨੂੰ ਤਾਂ ਪਤਾ ਹੈ ਵੀ ਤੂੰ ਕਦ ਸੁੱਤਾ ਹੈ, ਕੀ ਕਰਦਾ ਰਿਹਾ, ਕਦ ਵਿਹਲਾ ਰਹਿੰਦਾ ਹੈ, ਕਿਤਨੇ ਕੁ ਤੂੰ ਮਿਲਦਾ ਹੈ, ਕਿਸੇ ਨੂੰ ਕਿੰਨਾ ਨਹੀਂ ਮਿਲਦਾ, ਸਭ ਪਤਾ ਹੈ। ਸਿੱਧਾ ਕਹਿਣਾ ਚਾਹੀਦਾ ਪਰਮਾਤਮਾ ਬਸ ਕਿਰਪਾ ਕਰ, ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮੈ ਆਰਾਧਾਂ। ਵੀ ਪਰਮਾਤਮਾ ਮੱਤ ਐਸੀ ਦੇ ਮੈਂ ਤੈਨੂੰ ਆਰਾਧ ਲਵਾਂ, ਤੇਰਾ ਨਾਮ ਜਪ ਲਵਾਂ। ਬਾਕੀ ਤੇ ਪਰਮਾਤਮਾ ਨੂੰ ਅਸੀਂ ਝੂਠ ਬੋਲ ਕੇ ਵੀ ਕੀ ਲੈਣਾ। ਜੋ ਆਦ ਸੱਚ ਹੈ ਉਹਦੇ ਸਾਹਮਣੇ ਝੂਠ, ਜੋ ਜੁਗਾਦ ਸੱਚ ਹੈ ਉਹਦੇ ਲਈ ਝੂਠ, ਜੋ ਹੈ ਵੀ ਸੱਚ ਹੈ ਪ੍ਰੈਜ਼ੈਂਟ ਟਾਈਮ 'ਚ ਉਹਦੇ ਨਾਮ ਬਾਰੇ ਝੂਠ, ਹੋਸੀ ਵੀ ਸੱਚ ਜੋ ਪਰਮਾਤਮਾ ਉਹਦੇ ਬਾਰੇ ਇਨਸਾਨ ਕਿਉਂ ਝੂਠ ਬੋਲੇ? ਨਹੀਂ ਚਾਹੀਦਾ। ਸਾਫ਼ ਸਾਫ਼ ਇਨਸਾਨ ਕਵੇ ਕਿ ਹਾਂ ਪਰਮਾਤਮਾ ਬਖਸ਼ਿਸ਼ ਕਰ ਵੀ ਜੁੜ ਸਕੀਏ। ਸੋ ਆ ਜੇਠ ਦਾ ਮਹੀਨਾ ਹੈ, ਦਿਨ ਨੇ ਵੱਡੇ, ਪਿਆਸ ਜ਼ਿਆਦਾ ਲੱਗਦੀ ਹੈ, ਭੁੱਖ ਜ਼ਿਆਦਾ ਲੱਗਦੀ ਹੈ। ਜੋ 2 ਟਾਈਮ ਖਾਣ ਵਾਲੇ ਨੇ ਉਹ ਵੀ 3 ਟਾਈਮ ਦਾ ਕਰ ਲੈਂਦੇ ਨੇ, ਕਿਉਂਕਿ ਕਰਨ ਕੀ 5:30 ਸੂਰਜ ਨਿਕਲ ਗਿਆ, ਕਿੱਥੇ ਜਾਣ, ਦਫ਼ਤਰ 9 ਵਜੇ ਹੈ, ਔਰ ਸ਼ਾਮ ਨੂੰ 7:30 ਦੇ ਆਸ-ਪਾਸ ਜਾ ਕੇ ਸੂਰਜ ਦੀ ਟਿੱਕੀ ਬੰਦ ਹੋਣੀ ਹੈ, ਪਰ ਦਫ਼ਤਰ 5 ਵਜੇ ਹੀ ਬਹੁਤਿਆਂ ਦਾ, ਵੱਧ ਤੋਂ ਵੱਧ ਚਲੋ 6 ਵਜੇ। ਫਿਰ ਕੀ ਕਰਨ? ਦਿਨ ਵੱਡਾ ਹੈ, ਇਸ ਲਈ ਜੇਠ ਦੇ ਮਹੀਨੇ 'ਚ ਦਿਨ ਵੱਡਾ। ਅਤੇ ਮਹਾਰਾਜ ਕਹਿੰਦੇ ਨੇ ਹਰ ਜੇਠ ਜੁੜਨ ਦਾ ਲੋੜ ਹੀ ਹੈ। ਅਗਰ ਟਾਈਮ ਤੇਰੇ ਕੋਲ ਹੈ
ਹਰੀ ਨਾਲ ਜੁੜ, ਪਰਮਾਤਮਾ ਨਾਲ ਜੁੜ, ਕਿਉਂਕਿ ਉਹੀ ਸਭ ਤੋਂ ਵੱਡਾ ਹੈ, ਉਸੇ ਕੋਲੋਂ ਬਖਸ਼ਿਸ਼ ਮਿਲੇਗੀ। ਸੋ ਮਹਾਰਾਜ ਨੇ ਇਸ ਲਈ ਅੱਜ ਦਾ ਜੋ ਸੰਗਰਾਂਦ ਦਾ ਦਿਨ, ਇਹਦੇ ਵਿੱਚ ਜੋ ਸਾਨੂੰ ਬਖਸ਼ਿਸ਼ ਫਰਮਾਈ ਹੈ, ਜੋ ਸਾਡੇ 'ਤੇ ਕਿਰਪਾ ਕੀਤੀ, ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦੇਈ ਬਨ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ, ਰੰਗ ਸਭੇ ਨਾਰਾਇਣੈ ਜੇਤੇ ਮਨ ਭਾਵਨ। ਸਾਰੇ ਰੰਗ ਖੁਸ਼ੀਆਂ ਦੇ ਸਭ ਪ੍ਰਮਾਤਮਾ ਦੀ ਦੇਣ ਹੈ। ਪਰਮਾਤਮਾ ਵੱਲੋਂ ਹੀ ਇਹ ਤੈਅ ਹੁੰਦਾ ਕਿ ਅਸੀਂ ਕਿੱਥੇ ਪੈਦਾ ਹੋਣਾ ਹੈ। ਇਹ ਖੁਸ਼ੀਆਂ, ਇਹ ਬਖਸ਼ਿਸ਼ਾਂ ਉਹਦੇ ਰੰਗ ਨੇ, ਪਰ ਉਹਨਾਂ ਨੂੰ ਮਿਲਦਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਜੋ ਪਰਮਾਤਮਾ ਚਾਹੁੰਦਾ ਨਾ, ਹੁੰਦਾ ਉਹੀ ਹੈ। ਕਬੀਰ ਸਾਹਿਬ ਨੂੰ ਇੱਕ ਵਾਰੀ ਕੋਈ ਬੰਦਾ ਆਇਆ ਮਿਲਣ, 'ਤੇ 5 ਮਿੰਟ ਰਹਿ ਕੇ ਮੈਂ ਗੱਲ ਸਮਾਪਤੀ ਵੱਲ ਲਿਆਵਾਂ। ਅਸਲ 'ਚ ਨਾ ਮਹੀਨਾ ਵੀ ਵੱਡਾ ਹੈ, ਦਿਨ ਵੀ ਵੱਡੇ ਨੇ, ਅਤੇ ਇਹਦੀ ਵਿਚਾਰ ਵੀ ਵੱਡੀ ਹੈ। ਤੁਲਸੀਦਾਸ ਜੀ ਨੇ ਲਿਖਿਆ ਨਾ, ਹਰੀ ਅਨੰਤ ਹਰੀ ਕਥਾ ਅਨੰਤਾ, ਕਿਹੜਾ ਮੁੱਕਣੀ ਹੈ, ਰੱਬ ਦੀ ਗੱਲ ਹੈ। ਖੈਰ ਕਬੀਰ ਜੀ ਕੋਲ ਕੋਈ ਆਇਆ, ਕਹਿੰਦੇ ਨੇ ਕਬੀਰ ਜੀ ਰੱਬ ਤੁਹਾਡੀ ਤੇ ਸੁਣਦਾ ਹੋਏਗਾ, ਤੁਸੀਂ ਫਿਰ ਆ ਝੌਂਪੜੀ 'ਚ ਰਹਿੰਦੇ ਹੋ, ਆ ਹੈਂਡਲੂਮ ਚਲਾਉਂਦੇ ਰਹਿੰਦੇ ਹੋ, ਕੀ ਲੋੜ ਹੈ? ਪਰਮਾਤਮਾ ਕੋਲੋਂ ਇੱਕੇ ਵਾਰੀ ਮੰਗ ਲਓ ਵੀ ਰਾਜਾ ਬਣਾ ਦੇ ਤੁਹਾਨੂੰ ਕਿਸੇ ਦੇਸ਼ ਦਾ, ਧਨ ਦੌਲਤ ਸੰਪਦਾ ਮਹਿਲ ਐਸ਼ੋ ਇਸ਼ਰਤ ਸਭ ਪ੍ਰਾਪਤ ਹੋ ਜਾਏਗੀ, ਤੁਹਾਡੀ ਤੇ ਸੁਣਦਾ ਰੱਬ। ਬੜੇ ਕਮਾਲ ਦਾ ਇੱਕ ਉਹਨਾਂ ਨੇ ਸ਼ਲੋਕ ਨੰਬਰ 213, ਜਿਹਦੇ 'ਚ ਉਹਨਾਂ ਨੇ ਫਰਮਾਇਆ, ਕਹਿੰਦੇ ਕਬੀਰ ਜੋ ਮੈਂ ਚਿਤਵੋਂ ਨਾ ਕਰੇ, ਅਰਥ ਨਹੀਂ ਮੈਂ ਕਰਨੇ, ਮੈਂ ਬਸ ਪੜ੍ਹਨਾ ਹੀ ਆ ਥੋੜ੍ਹਾ ਤਰੀਕੇ ਨਾਲ, ਅਰਥ ਤੁਸੀਂ ਆਪੇ ਸਮਝ ਜਾਣੇ ਨੇ। ਕਬੀਰ ਜੀ ਦੇ ਸ਼ਲੋਕਾਂ ਦੇ ਅਰਥ ਕਰਨ ਦੀ ਲੋੜ ਥੋੜ੍ਹੀ ਆ, ਬੜੇ ਆਸਾਨ ਹੁੰਦੇ। ਕਬੀਰ ਜੋ ਮੈਂ ਚਿਤਵੋਂ ਨਾ ਕਰੇ, ਕਿਆ ਮੇਰੇ ਚਿਤਵੇ ਹੋਏ। ਜੋ ਮੈਂ ਸੋਚਦਾ ਉਹ ਕਰਦਾ ਹੀ ਨਹੀਂ ਹੈ, ਜੋ ਮੈਂ ਉਹਨੂੰ ਕਹਿੰਦਾ ਪਰਮਾਤਮਾ ਕਰਦਾ ਹੀ ਨਹੀਂ। ਸਾਫ਼ ਸਾਫ਼ ਦੱਸਿਆ ਉਹਨਾਂ ਨੇ, ਕਹਿੰਦੇ ਮੰਗ ਤੇ ਲੰਘ ਹੈ ਮੈਂ ਭਗਤੀ ਕਰਕੇ, ਲੇਕਿਨ ਉਹ ਮੇਰੀ ਨਹੀਂ ਮੰਨਦਾ। ਉਹਨੂੰ ਪਤਾ ਹੈ ਸਹੀ ਕੀ ਹੈ, ਉਹਨੂੰ ਪਤਾ ਹੈ ਗਲਤ ਕੀ ਹੈ। ਇਸ ਲਈ ਸਹੀ ਗਲਤ ਦਾ ਅੰਦਾਜ਼ਾ ਸਾਰਿਆਂ ਪਾਸੇ ਹੈ। ਇਹੀ ਚੀਜ਼ ਮਨੁੱਖ ਨੂੰ ਅਗਰ ਸਮਝ ਆ ਜਾਵੇ ਨਾ, ਤਾਂ ਕਦੇ ਵੀ, ਜਿਵੇਂ ਅੱਜ ਕੱਲ੍ਹ ਮੌਸਮ ਠੀਕ ਹੈ ਗਰਮ ਹੁੰਦਾ ਹੈ, ਪਰ ਜੇ ਅੱਜ ਦੇ ਦਿਨ ਵਿੱਚ ਵੀ ਕੋਈ ਮੋਮੋਜ਼ ਖਾਏ ਔਰ ਲਾਲ ਚਟਨੀ ਪੂਰੀ ਚੱਟ ਕਰ ਜਾਏ, ਫਿਰ ਕਵੇ ਮੇਰੇ ਜਲਨ ਹੋ ਰਹੀ ਹੈ, ਉਹ ਵੀ ਗਰਮੀਆਂ ਦੇ ਦਿਨਾਂ 'ਚ, ਤੇ ਫਿਰ ਮੇਰਾ ਕਸੂਰ ਹੈ ਕਿ ਮੋਮੋਜ਼ ਦਾ ਕਸੂਰ ਹੈ। ਚਲੋ ਠੰਡ 'ਚ ਬੰਦਾ ਨਾ ਜਲਨ ਇੰਨੀ ਹੁੰਦੀ ਨਹੀਂ, ਪਤਾ ਨਹੀਂ, ਮੌਸਮ ਠੰਡਾ ਹੁੰਦਾ ਹੈ, ਸਰੀਰ ਪਚਾ ਵੀ ਲੈਂਦਾ, ਹੋਰ ਵੀ ਸਭ ਚੀਜ਼ਾਂ ਦੇ। ਲੇਕਿਨ ਅੱਜ ਦੇ ਦਿਨ ਵਿੱਚ ਵੀ ਪੀਜ਼ੇ ਦੇ ਉੱਤੇ ਲਾਲ ਮਿਰਚ ਛਿੜਕ ਕੇ ਖਾ ਲਈ, ਹੁਣ ਅੰਦਰ ਲਾਲ ਮਿਰਚ ਜਾਏਗੀ, ਮੂੰਹ ਵੀ ਲਾਲ ਕਰਦੀ, ਅੱਖਾਂ ਵੀ ਲਾਲ ਕਰਦੀ, ਜੀਭ ਵੀ ਲਾਲ ਹੁੰਦੀ ਹੈ, ਅਤੇ ਫਿਰ ਇਨਫੈਕਸ਼ਨ ਵੀ ਹੁੰਦਾ। ਫਿਰ ਬੰਦਾ ਹੁਣ ਕਿਹਦਾ ਕਸੂਰ ਹੈ, ਪੀਜ਼ੇ ਦਾ ਕਿ ਮੇਰਾ? ਪੀਜ਼ੇ ਦਾ ਕੋਈ ਕਸੂਰ ਨਹੀਂ। 12 ਮਹੀਨੇ ਕੁਛ ਵੀ ਨਹੀਂ ਖਾ ਸਕਦੇ ਹਾਂ, ਇਸ ਤਰ੍ਹਾਂ ਦੀ ਕੋਈ ਡਾਈਟ ਨਹੀਂ ਬਣੀ ਜੋ ਅਸੀਂ 12 ਮਹੀਨੇ ਰੈਗੂਲਰ ਚਲਾ ਸਕਦੇ ਹਾਂ। 12 ਮਹੀਨੇ ਮੌਸਮ ਇੱਕੋ ਜਿਹਾ ਨਹੀਂ ਹੈ। ਇਸ ਲਈ ਸਿਹਤ ਨਾਲ ਖਿਲਵਾੜ ਨਾ ਕਰੋ। ਸਿਹਤ ਨਾਲ ਖਿਲਵਾੜ ਕਰਾਂਗੇ ਤੇ ਬਸ ਉਹ ਬੜਾ ਮੁਸ਼ਕਿਲ ਹੋ ਜਾਏਗਾ। ਉਂਝ ਵੀ ਤੁਸੀਂ ਗਲਾਸ ਵਿੱਚ ਇੱਕ ਪੀਜ਼ੇ ਦਾ ਸਲਾਈਸ ਪਾ ਕੇ ਉੱਤੇ ਕੋਲਡ ਡਰਿੰਕ ਪਾ ਕੇ ਪਿਆ ਰਹਿਣ ਦਿਓ ਥੋੜ੍ਹੀ ਦੇਰ, 10 ਮਿੰਟ ਬਾਅਦ ਉਹ ਗਲਾਸ ਨੂੰ ਦੇਖਣਾ ਕੀ ਹੋਏਗਾ, ਉਹੀ ਅੰਦਰ ਹੁੰਦਾ ਜਾ ਕੇ। ਮਰਨ ਦੀਆਂ ਤਿਆਰੀਆਂ ਅਸੀਂ ਆਪ ਹੀ ਕਰਦੇ ਹਾਂ, ਫਿਰ ਕਹਿੰਦੇ ਮੈਂ ਫਲਾਣੇ ਨੇ ਮੈਨੂੰ ਕਿਡਨੀ ਨਹੀਂ ਦਿੱਤੀ, ਬੜਾ ਮਾੜਾ ਬੰਦਾ ਹੈ। ਦੱਸ, ਤੈਨੂੰ ਰੱਬ ਨੇ ਜਿਹੜੀ ਦਿੱਤੀ ਉਹਨੂੰ ਸੰਭਾਲ ਕੇ ਰੱਖ ਨਾ, ਉਹਨੂੰ ਠੀਕ ਹੈ। ਤੈਨੂੰ ਵੀ 2 ਦਿੱਤੀਆਂ ਸੀ, ਤੂੰ ਆਪਣੀ ਦੋਨੋਂ ਖਰਾਬ ਕਰ ਲਈਆਂ, ਅਤੇ ਉਹ 'ਚ ਰੱਬ ਕੀ ਕਰੇ, ਉਹ 'ਚੋਂ ਰਿਸ਼ਤੇਦਾਰ ਕੀ ਕਰੇ। ਠੀਕ ਹੈ, ਦੇ ਦਿੰਦੇ ਨੇ ਕਈ, ਕੋਈ ਦਿੱਕਤ ਨਹੀਂ ਹੈ, ਮੈਂ ਇਹ ਨਹੀਂ ਕਹਿ ਰਿਹਾ। ਮੇਰਾ ਗੱਲ ਸਿਰਫ ਕਹਿਣ ਦਾ ਮਤਲਬ ਇਹ ਹੈ ਵੀ ਖਾਣ ਪਾਣ ਵੱਲ ਆਪਾਂ ਹੀ ਧਿਆਨ ਦੇਣਾ, ਕੋਈ ਰੱਬ ਨਹੀਂ ਆਏਗਾ ਕਹਿਣ ਨੂੰ ਵੀ ਆ ਤੂੰ ਕਿਉਂ ਕਰ ਰਿਹਾ। ਕਰਮ ਸਾਡੇ ਹੁੰਦੇ ਨੇ ਖਰਾਬ, ਦੋਸ਼ ਅਸੀਂ ਦੁਨੀਆ ਨੂੰ ਦਿੰਦੇ ਹਾਂ। ਤੇ ਕਬੀਰ ਸਾਹਿਬ ਕਹਿੰਦੇ ਨੇ ਜੋ ਮੈਂ ਚਿਤਵੋਂ ਨਾ ਕਰੈ, ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿੱਤ ਨਾ ਹੋਏ। ਕਹਿੰਦੇ ਜੋ ਰੱਬ ਨੇ ਸੋਚਿਆ ਹੋਣਾ ਤੇ ਉਹੀ ਹੈ, ਇਸ ਕਰਕੇ ਮੈਂ ਮਹਿਲ ਮੰਗ ਕੇ ਕੀ ਕਰਾਂਗਾ। ਜੋ ਪ੍ਰਭ ਲੋੜੇ ਸੋ ਕਰੇ ਸੋਈ ਜੀ ਕਰਨ, ਅੱਜ ਦੇ ਮਹੀਨੇ ਦੀ ਵਿਚਾਰ 'ਚ। ਤੇ ਇਸ ਲਈ ਮਹਾਰਾਜ ਨੇ
ਇਹ ਫਰਮਾਇਆ ਕਰਨਾ ਕੀ ਚਾਹੀਦਾ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਗੁਰੂ ਕੀ ਸੰਗਤ ਪ੍ਰਾਪਤ ਹੋਵੇ, ਗੁਰੂ ਕੇ ਚਰਨਾਂ ਵਿੱਚ ਆਈਏ ਤਾਂ ਕਿ ਭਗਤੀ ਕਰਕੇ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਸਫਲ ਬਣਾ ਸਕੀਏ। ਇਸ ਮਹੀਨੇ ਦੀ ਜ਼ਰੂਰਤ ਹੈ ਗੁਰੂ ਕੀ ਸੰਗਤ ਕਰਨਾ, ਤੇ ਉਸ ਤੋਂ ਬਾਅਦ ਫਿਰ ਆਪਣੇ ਜੀਵਨ ਵਿੱਚ ਜੋ ਵੀ ਪ੍ਰਾਪਤ ਕਰਾਂਗੇ ਸਭ ਬੜਾ ਆਨੰਦਮਈ ਹੋਵੇਗਾ। ਅੱਜ ਕੱਲ੍ਹ ਤੇ ਬਾਕੀ ਸਭ ਚੀਜ਼ ਲਈ ਬੰਦਾ ਸਮਾਂ ਕੱਢ ਲੈਂਦਾ, ਇਨਸਾਨ ਲਈ ਜੇ ਕੋਈ ਰੱਬ ਬਣਿਆ ਨਾ ਤੇ ਬਸ ਮੋਬਾਈਲ ਹੈ। ਜਿਤਨੀ ਦੇਰ ਹੁਣ ਤੇ ਇਹਦੇ 'ਚ ਨਾ ਇੱਕ ਫੰਕਸ਼ਨ ਆਉਂਦਾ ਵੀ ਕਿਤਨੀ ਦੇਰ ਤੁਹਾਡੀ ਸਕਰੀਨ ਔਨ ਰਹੀ ਹੈ, ਕਿੰਨੀ ਦੇਰ ਤੁਸੀਂ ਦਿਹਾੜੀ 'ਚ ਯੂਜ਼ ਕੀਤਾ। ਕਈ ਵਾਰੀ ਤਾਂ ਮੈਨੂੰ ਹੀ ਸ਼ਰਮ ਆਉਂਦੀ ਹੈ ਉਹ ਜਦ ਦੇਖ ਕੇ, ਅੱਛਾ ਮੈਂ ਇੰਨੀ ਦੇਰ ਚਲਾ ਲਿਆ, ਫਿਰ ਮੱਥੇ 'ਤੇ ਹੱਥ ਮਾਰੀਦਾ ਹੋਏ ਹੋਏ ਇੰਨੀ ਦੇਰ ਕਿਤੇ ਸ਼ਬਦ ਚਾਰ ਯਾਦ ਕੀਤੇ ਹੁੰਦੇ, ਹੋਰ ਸੰਗਤ ਨੂੰ ਕੋਈ ਚੰਗਾ ਸੁਣਾ ਲੈਂਦੇ। ਫਿਰ ਸੋਚੀਦਾ ਇਤਨਾ ਟਾਈਮ, ਔਰ ਉਹ ਵੀ ਬਿਲਕੁਲ ਐਕਿਊਰੈਂਸੀ ਨਾਲ। ਚਸ਼ਮੇ ਲੱਗ ਗਏ ਬੜੇ ਅੱਛੇ ਉਮਰ ਦੇ ਬੱਚਿਆਂ ਨੂੰ ਵੀ, ਲੇਕਿਨ ਉਹ ਚੀਜ਼ ਨਹੀਂ ਛੱਡੀ ਜਾਂਦੀ। ਮਾਵਾਂ ਨੇ ਵੀ ਖੈਰੇ ਸੋਚ ਲਿਆ ਚਲ ਠੀਕ ਹੈ ਬੱਚਾ ਗੇਮ ਦੇਖਦਾ ਰਹੇਗਾ, ਮੈਂ ਆਪਣਾ ਸੀਰੀਅਲ ਵੇਖ ਲਾਂਗੀ, ਮੇਰਾ ਕੰਮ ਚੱਲ ਜਾਏਗਾ, ਉਹਦੀਆਂ ਅੱਖਾਂ ਖਰਾਬ ਹੁੰਦੀਆਂ ਹੋਣ ਦਿਓ। ਅਜੇ ਬੱਚੇ ਬੈਠਣਾ ਸ਼ੁਰੂ ਨਹੀਂ ਕਰਦੇ, ਉਹਨਾਂ ਨੂੰ ਹੀ ਲਾਤਾ ਇਹਨਾਂ ਚੀਜ਼ਾਂ ਦੇ ਉੱਤੇ। ਜੋ ਬਾਣੀ ਪੜ੍ਹ ਕੇ ਕਦੇ ਸਮਾਂ ਬੀਤਦਾ ਸੀ, ਜੋ ਕੀਰਤਨ ਸੁਣ ਕੇ ਸਮਾਂ ਬੀਤਦਾ ਸੀ, ਨਾਮ ਜਪ ਕੇ ਸਮਾਂ ਬੀਤਦਾ ਸੀ, ਉਹ ਸਭ ਗਿਆ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਮਹਾਰਾਜ ਤੇ ਕਹਿੰਦੇ ਨੇ ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਜੇਠ ਦਾ ਮਹੀਨਾ ਉਸ ਦੇ ਲਈ ਆਨੰਦਮਈ ਹੈ ਜਿਸ ਵਿਅਕਤੀ ਨੇ ਆਪਣੇ ਜੀਵਨ ਵਿੱਚ ਨਾਮ ਜਪਿਆ ਔਰ ਮੱਥੇ ਦੇ ਚੰਗੇ ਭਾਗ ਬਣਾ ਲਏ ਨੇ। ਸੋ ਗੁਰੂ ਸਵਾਰਿਓ, ਸਤਿਗੁਰ ਪਾਤਸ਼ਾਹ ਜੀ ਅੱਜ ਦੇ ਸੰਗਰਾਂਦ ਦੇ ਦਿਹਾੜੇ ਸਾਨੂੰ ਇਹ ਬਖਸ਼ਿਸ਼ ਕਰ ਰਹੇ ਨੇ ਵੀ ਜੇਠ ਦਾ ਮਹੀਨਾ ਬੜਾ ਵੱਡਾ, ਪਰ ਇਸ ਮਹੀਨੇ ਅਸੀਂ ਜੇ ਉਸ ਵੱਡੇ ਪ੍ਰਮਾਤਮਾ ਨਾਲ ਜੁੜੇ ਤੇ ਸਾਡੇ ਵੀ ਵੱਡੇ ਭਾਗ। ਔਰ ਬਾਣੀ ਨੇ ਫਰਮਾਇਆ ਹੈ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਸ਼ਰਣੀ ਸਿੱਖ ਪੜ੍ਹਤੇ हैं, ਸਭ ਤੋਂ ਵੱਡੇ ਭਾਗ ਉਸ ਬੰਦੇ ਦੇ ਜੋ ਗੁਰੂ ਚਰਨਾਂ ਵਿੱਚ ਜੁੜ ਗਿਆ। ਇਸ ਲਈ ਹਰ ਜੇਠ ਜੁੜਨ ਦਾ ਲੋੜ ਹੀ ਹੈ, ਜੋ ਇਸ ਮਹੀਨੇ ਦਾ ਉਪਦੇਸ਼ ਹੈ। ਵੀ ਸੀਐਮ ਨਾਲ ਫੋਟੋ ਖਿਚਾ ਲਈ ਤੇ ਫਿਰ ਕੀ ਹੋਏਗਾ? ਇਹ ਥੋੜੀ ਕਿ ਸੀਐਮ ਰੋਜ਼ ਪੁੱਛੇਗਾ ਭਾਈ ਸਾਹਿਬ ਨਾਸ਼ਤਾ ਕਰ ਲਿਆ, ਜਾਂ ਉਹ ਫੋਟੋ ਥੋੜੀ ਪੁੱਛੇਗੀ ਕਿ ਭਾਈ ਸਾਹਿਬ ਅੱਜ ਨਾਮ ਜਪ ਲਓ, ਅੱਜ ਤੇ ਵਿਹਲੇ ਹੋ। ਪਰ ਬੰਦਾ ਮੈਂ ਜੀ ਸੀਐਮ ਨਾਲ ਜੁੜਿਆ, ਮੈਂ ਫਲਾਣੇ ਐਮਐਲਏ ਨੂੰ ਜਾਣਦਾ, ਮੈਂ ਉਸ ਐਮਪੀ ਨੂੰ ਜਾਣਦਾ, ਮੈਂ ਉਸ ਮੰਤਰੀ ਨੂੰ ਜਾਣਦਾ, ਸਭ ਨਾਲ ਬੰਦਾ ਜੁੜਨ ਦੀ ਕੋਸ਼ਿਸ਼ ਕਰਦਾ। ਜੇ ਪੁੱਛੀਏ ਜੇ ਤੁਸੀਂ ਫਲਾਣੇ ਬੰਦੇ ਨੂੰ ਜਾਣਦੇ ਹੋ, ਕੌਣ? ਉਹ ਫੋਟੋ ਸਾੜ ਦੇਣੀ ਚਾਹੀਦੀ ਉਸੇ ਵੇਲੇ ਜਦ ਮੰਤਰੀ ਕਵੇ ਕੌਣ। ਅਸੀਂ ਤੇ ਲਗਾ ਲਈ, ਉਹ ਸਾਨੂੰ ਜਾਣਦਾ ਹੀ ਨਹੀਂ ਹੈ। ਲੇਕਿਨ ਜੇ ਪ੍ਰਮਾਤਮਾ ਨੂੰ ਕਹੋਗੇ ਨਾ ਜੀ ਤੂੰ ਫਲਾਣੇ ਬੰਦੇ ਨੂੰ ਜਾਣਦਾ, ਰੱਬ ਕਹੇਗਾ ਵੀ ਉਹ ਤੇ ਮੈਂ ਉਹ ਤੋਂ ਅਲੱਗ ਕਦੇ ਹੋਇਆ ਹੀ ਨਹੀਂ ਹੈ। ਹਰ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ। ਪ੍ਰਮਾਤਮਾ ਹਰ ਪਲ ਸਾਡੀ ਪ੍ਰਤਪਾਲਨਾ ਕਰਦਾ ਹੈ। ਸੋ ਜੇ ਜੁੜਨਾ ਹੀ ਹੈ ਨਾ, ਸੰਸਾਰ ਦੇ ਸਾਰੇ ਰਿਸ਼ਤੇ ਨਿਭਾਓ, ਪਰ ਪ੍ਰਮਾਤਮਾ ਦਾ ਰਿਸ਼ਤਾ ਸਭ ਤੋਂ ਜ਼ਰੂਰੀ ਹੈ। ਉਹਦੇ ਨਾਲ ਜ਼ਰੂਰ ਜੁੜੇ ਰਹੀਏ, ਉਹਨੇ ਸਾਰੇ ਸੁੱਖ ਦੇਣੇ ਨੇ, ਉਹਨੇ ਸਾਰੀਆਂ ਬਖਸ਼ਿਸ਼ਾਂ ਦੇਣੀਆਂ ਹਨ। ਤਾਈਓ ਇਹ ਸਾਡਾ ਜੀਵਨ ਸਫਲਤਾ ਔਰ ਸਾਰਥਕਤਾ ਵੱਲ ਆਵੇਗਾ। ਗੁਰੂ ਰਹਿਮਤ ਕਰੇ, ਸੁਣਿਆ ਅਤੇ ਸੁਣਾਇਆ ਅਸੀਂ ਆਪਣੇ ਹਿਰਦੇ ਵਿੱਚ ਵਸਾ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਬਹੁਤ ਬਹੁਤ ਧੰਨਵਾਦ ਪ੍ਰਬੰਧਕ ਵੀਰਾਂ ਦਾ, ਵੀਰ ਜੀ ਹੋਣਾ ਦਾ, ਜਿਨ੍ਹਾਂ ਨੇ 2-4 ਦਿਨ ਪਹਿਲਾਂ ਹੀ ਦਾਸ ਨੂੰ ਆਦੇਸ਼ ਕੀਤਾ ਵੀ ਸੰਗਰਾਂਦ ਦੇ ਦਿਨ ਆਪ ਜੀ ਨੇ ਸੇਵਾ ਨਿਭਾਉਣੀ ਹੈ। ਸੋ ਗੁਰੂ ਰਹਿਮਤ ਕਰੇ। ਹੁਣ ਤੇ ਲਖਨਊ ਦੇ ਵਿੱਚ ਆ, ਇਸ ਲਈ ਜਦੋਂ ਆਦੇਸ਼ ਕਰ ਥੋੜ੍ਹਾ ਟਾਈਮ ਦੀ ਸੈਟਿੰਗ ਕਰਨੀ ਪੈਂਦੀ ਹੈ, ਕਿਉਂਕਿ 9 ਵਜੇ ਅਈਆਗੰਜ ਵੀ ਕਥਾ ਦਾ ਟਾਈਮ ਹੁੰਦਾ ਹੈ। ਸੋ ਉੱਥੇ ਸੰਗਤਾਂ ਵੀ ਦੂਰੋਂ ਆਉਂਦੀਆਂ ਨੇ ਸਭ ਚੱਲ ਕੇ, ਅਤੇ ਉਹ ਵੀ ਚਾਹੁੰਦੀਆਂ ਨੇ ਵੀ ਹਾਜ਼ਰੀ ਉੱਥੇ ਜ਼ਰੂਰ ਰਹੇ ਮੇਨ ਦਿਹਾੜਿਆਂ 'ਤੇ। ਸੋ ਇਸ ਲਈ ਸਮੇਂ ਦੇ ਅਨੁਸਾਰ ਇੱਥੇ ਹੀ ਵਿਚਾਰਾਂ ਦੀ ਸੰਪੂਰਨਤਾ ਹੈ। ਅਤੇ ਗੁਰੂ ਅੱਗੇ ਅਰਦਾਸ ਕਰੋ ਵੀ ਮਹਾਰਾਜ ਸਾਨੂੰ ਬਾਣੀ ਦੀ ਦਾਤ ਝੋਲੀ ਵਿੱਚ ਪਾਏ। ਜੋ ਅਸੀਂ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਕਈਆਂ ਨੂੰ ਸਵੇਰੇ ਸਵੇਰੇ ਟਰੈਂਡ ਚੱਲਿਆ ਵੀ ਹੁਕਮਨਾਮੇ ਸਭ ਭੇਜਦੇ ਨੇ ਬੜੇ ਸ਼ੌਂਕ ਨਾਲ। ਮੈਂ ਕਈ ਵਾਰੀ ਪਲਟ ਕੇ ਪੁੱਛ ਲੈਂਦਾ, ਵੀਰ ਜੀ ਅੱਜ ਕਿਹੜਾ ਹੁਕਮਨਾਮਾ ਭੇਜਿਆ? ਉਹ ਤੁਸੀਂ ਮੋਬਾਈਲ 'ਤੇ ਦੇਖ ਲਓ। ਮੈਂ ਕਿਹਾ ਨਾ, ਤੂੰ ਭੇਜਿਆ, ਤੂੰ ਦੱਸ ਭੇਜਿਆ ਕਿਹੜਾ? ਜਦ ਤੈਨੂੰ ਹੀ ਨਹੀਂ ਪਤਾ ਮੈਂ ਕੀ ਭੇਜਿਆ ਤੇ ਫਿਰ ਕਿਉਂ ਭੇਜਣਾ? ਉਹ ਤੋਂ ਬਾਅਦ ਵਿਚਾਰੇ ਨੇ ਭੇਜਣੇ ਬੰਦ ਕੀਤੇ। ਮੈਂ ਨਹੀਂ ਕਹਿ ਰਿਹਾ ਭੇਜੋ, ਜੋ ਵੀ ਭੇਜੋ ਬਸ ਇਹ ਸੋਚ ਕੇ ਭੇਜੋ ਵੀ ਕੀ ਭੇਜਣਾ। ਉਂਝ ਤਾਂ ਵੈਸੇ ਹੀ ਦੇਖਿਆ ਨਹੀਂ ਜਾਂਦਾ ਪੂਰਾ ਮੋਬਾਈਲ। ਮੇਰੇ ਕਹਿਣ ਦਾ ਮਤਲਬ ਇਹ ਹੈ ਜੋ ਭੇਜਣਾ ਇੱਕ ਵਾਰੀ ਉਹ ਸ਼ਬਦ ਪੜ੍ਹ ਤੇ ਲਈਏ। 150 ਬੰਦਿਆਂ ਨੂੰ ਸੈਂਡ ਕਰਤਾ, ਪਰ 150 ਵਾਰੀ ਪੜ੍ਹਿਆ ਹੋਵੇ ਤਾਂ ਜ਼ਿਆਦਾ ਫਾਇਦਾ ਸੀ। 150 ਨਹੀਂ 1.5 ਲੱਖ ਬੰਦਿਆਂ ਨੂੰ ਵੀ ਸੈਂਡ ਕਰ ਦੋਗੇ ਤਾਂ ਕੋਈ ਉਹ ਫਾਇਦਾ ਨਹੀਂ ਦੇਗਾ।
ਉਹ ਫਾਇਦਾ ਤਾਂ ਦੇਗਾ ਜਦ 150 ਬੰਦਿਆਂ ਦਾ ਭੇਜਿਆ, ਪੜ੍ਹੋਗੇ 150 ਵਾਰੀ। ਇਸ ਲਈ ਇਹ ਭੇਜਣ ਵਾਸਤੇ ਨਹੀਂ ਹੁੰਦੇ, ਬਾਣੀ ਹੈ ਪੜ੍ਹਨ ਔਰ ਸੁਣਨ ਵਾਸਤੇ, ਭੇਜਣ ਵਾਸਤੇ ਨਹੀਂ। ਉਹ ਤਾਂ ਭੇਜਣ ਤੋਂ ਬਾਬੇ ਨਾਨਕ ਦੀ ਸੇਵਾ ਲੱਗੀ ਸੀ, ਵੀ ਰੱਬ ਨੇ ਕਿਹਾ ਨਾਨਕ ਜੀ ਤੁਸੀਂ ਜਾਓ ਦੁਨੀਆ ਨੂੰ ਬਾਣੀ ਪੜ੍ਹਾਓ। ਸਾਡੀ ਸੇਵਾ ਨਹੀਂ ਹੈ, ਸਾਡੀ ਸੇਵਾ ਤਾਂ ਹੈ ਠੀਕ ਹੈ ਵੀ ਅਸੀਂ ਉਹਨੂੰ ਅਪਣਾਉਣਾ ਆਪਣੇ ਜੀਵਨ ਵਿੱਚ। ਸੋ ਮਾਲਕ ਰਹਿਮਤ ਕਰੇ, ਸੁਣਿਆ ਔਰ ਸੁਣਾਇਆ ਅਸੀਂ ਆਪਣੇ ਹਿਰਦੇ 'ਚ ਵਸਾ ਸਕੀਏ। ਭੁੱਲ ਚੁੱਕ ਦੀ ਖਿਮਾ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।